Everybody, G, and welcome back. As promised, I know Kulavirji or somebody had put a page or page of these qualities of the speaker and the listener on the chat group, though. But I just want to go over it one more time, though. A lot of people suggested that I should go over it, so I will go over it again. So, little bit about the source, though, where this information comes from is Surya Prakash ਗ੍ਰੰਥ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਹੋਏ ਹਨ ਨਿਰਮਲੇ ਸਨ ਸੋ ਆਈ ਡੋਂਟ ਵਾਂਟ ਟੂ ਗੋ ਓਵਰ ਕਿ ਨਿਰਮਲੇ ਕੌਣ ਸਨ ਪਹਿਲੇ ਬੜਾ ਡਿਸਕਸ ਕਰ ਆਏ ਹਾਂ ਨਿਰਮਲੇ ਕੌਣ ਸਨ ਸੋ ਨਿਰਮਲੇ ਟੂ ਰਿਪੀਟ ਲਿਟਲ ਬਿਟ ਦੋ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਯੂ نو ਇਹ ਗੱਲ ਅਬਾਊਟ अर्ਲੀ 1700s ਜਾਂ 1699 1700 1701 ਦੀ ਗੱਲ ਹੋਏਗੀ ਇਹ ਵਾਲੀ ਮਹਾਰਾਜ ਨੇ ਕਿਉਂਕਿ ਆਪ ਐਜੂਕੇਸ਼ਨ ਦੇ ਬਹੁਤ ਵੱਡੇ ਹਾਮੀ ਸਨ ਬਹੁਤ ਵੱਡੇ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ ਕੀਰਤਨ ਦੀ ਸਿਖਲਾਈ ਤੇ ਵੀ ਸਕੂਲ ਉਹਨਾਂ ਨੇ ਖੁਲਵਾਏ ਸੰਗੀਤ ਦੇ ਵੀ ਸ਼ਸਤਰ ਵਿਦਿਆ ਦੇ ਤੇ ਸੰਸਕ੍ਰਿਤ ਪੜ੍ਹਨੀ ਔਰ ਫਾਰਸੀ ਦੇ ਉੱਤੇ ਜਿਹੜੀ ਐਜੂਕੇਸ਼ਨ ਜਿਹੜੀ ਸੀ ਉਸ ਐਜੂਕੇਸ਼ਨ ਨੂੰ ਫਰਦਰ ਕਰਨ ਵਾਸਤੇ ਉਹਨਾਂ ਨੇ ਚੌਵੇਂ ਸਿੰਘਾਂ ਨੂੰ ਬਨਾਰਸ ਭੇਜਿਆ ਉਹਨਾਂ ਨੇ ਕਿ ਤੁਸੀਂ ਜਾ ਕੇ ਵਿਦਿਆ ਹਾਸਲ ਕਰੋ ਤੇ ਵਾਪਸ ਆ ਕੇ ਸਿੱਖਾਂ ਨੂੰ ਇਹ ਵਿਦਿਆ ਦਿਓ ਸਾਰਿਆਂ ਨੂੰ ਤਾਂ ਕਿ ਸਾਰੇ ਅਸੀਂ ਵਿਦਿਆ 'ਚ ਨਿਪੁੰਨ ਹੋ ਸਕੀਏ ਔਰ ਮੇਰੀ ਗੱਲ ਦਾ ਬੁਰਾ ਨਾ ਮਨਾਇਓ ਬਟ ਮੈਨੂੰ ਆਪਣੀ ਲਾਈਫ ਦੇ ਉੱਤੇ ਇਫ ਆਈ ਹੈਵ ਟੂ ਰੀਸਟਾਰਟ ਮਾਈ ਲਾਈਫ ਨਾਓ ਦੋ ਅਗੇਨ ਐਂਡ I feel ਕਿ ਇੱਕ ਚੀਜ਼ 'ਚ ਮੇਰੀ ਲਾਈਫ ਵਿੱਚ ਘਾਟਾ ਪੈ ਗਿਆ ਕਿ ਮੈਨੂੰ ਫਾਰਸੀ ਨਹੀਂ ਆਉਂਦੀ ਮੈਨੂੰ ਪਰਸ਼ੀਅਨ ਨਹੀਂ ਆਉਂਦੀ ਕਿਉਂਕਿ ਹੁਣ ਮੈਨੂੰ ਪਤਾ ਲੱਗਿਆ ਕਿ I think somebody's speaker was on ਕਿਉਂਕਿ ਰੀਜ਼ਨ ਇਹ ਹੈ ਕਿ ਗੁਰਬਾਣੀ ਵਿੱਚ ਬੜੀਆਂ ਲੈਂਗੁਏਜਸ ਯੂਜ਼ ਹੋਈਆਂ ਹਨ ਐਂਡ ਬਚਪਨ ਵਿੱਚ ਜਦੋਂ ਸੰਸਕ੍ਰਿਤ ਦੀਆਂ ਕਲਾਸਿਸ ਹੁੰਦੀਆਂ ਸਨ ਜਦੋਂ ਤੇ I didn't used to like them then I remember did not paying much attention. I didn't get very good grades either in those classes, but I wish I'd paid more attention to my teacher though. But I still paid enough attention ki thoda bahut yaad reha, and when I went back when I was in my 30s and early 40s, when I started on this journey, it all came roaring back, I mean, sara kuch yaad aa gaya, jo yaad karne cheezan san. Te वैसे I know how to read the Urdu script. I've learned how to read and write that from my father. But फारसी ਦੀ ਫਿਰ ਵੀ ਇਹ ਇੱਕ ਅਲੱਗ ਹੈ ਔਰ ਉਹਦੀ ਯੂਜ਼ੇਜ ਬਹੁਤ ਹੈ ਫਾਰਸੀ ਦੀ ਤੇ ਅਰਬਿਕ ਦੀ ਗੁਰਬਾਣੀ ਵਿੱਚ ਬੜੀ ਜਗ੍ਹਾ I wish I had more. Point of all this stuff that I'm trying to say though is that ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਬਚਪਨ 'ਚ ਅਗਰ अर्ਲੀਅਰ ਔਨ ਸ਼ੁਰੂ ਹੋ ਜਾਵਣ ਤੇ ਉਹਦੀ ਬਹੁਤ ਵੱਡੀ ਐਡਵਾਂਟੇਜ ਹੁੰਦੀ ਹੈ ਪਰ ਪ੍ਰੋਬਲਮ ਇਹ ਹੈ ਕਿ ਬਚਪਨ ਵਿੱਚ ਮਾਪਿਓ ਮਿਲਣ ਜਿਹੜੇ ਇਨਕਰੇਜ ਕਰਨ ਇਸ ਰਸਤੇ ਤੇ ਚੱਲਣ ਵਾਸਤੇ ਬਹੁਤ ਜ਼ਿਆਦਾ ਉਹ ਇਨਕਰੇਜਮੈਂਟ ਆਵੇ ਜਾਂ ਬਾਹਰੋਂ ਆਵੇ ਜਾਂ ਘਰੋਂ ਅੰਦਰੋਂ ਆਵੇ ਤੇ ਉਹ ਇਨਕਰੇਜਮੈਂਟ ਲੈ ਕੇ ਬੰਦਾ ਜਿਹੜਾ ਵਾ ਇੰਪ੍ਰੈਸ ਹੋ ਜਾਵੇ ਉਸ ਤੋਂ ਔਰ ਇੰਪ੍ਰੈਸ ਹੋ ਕੇ ਤੇ ਆਪਣੀ ਲਾਈਫ ਨੂੰ ਬਦਲ ਲਵੇ ਤੇ ਫਿਰ ਚਾਂਸਸ ਜ਼ਿਆਦਾ ਹਨ later on in life you can start also it just takes more time to do that. So Surya Prakash ਵੀ ਜਿਹੜਾ ਗ੍ਰੰਥ ਜਿਹੜਾ ਹੈ ਇਹ ਬ੍ਰਜ ਵਿੱਚ ਲਿਖਿਆ ਹੋਇਆ ਹੈ just for a lot of people might not know this. Publication date ਕਹਿਣੀ exactly ਬੜੀ ਮੁਸ਼ਕਿਲ ਹੈ publication date. We believe somewhere between 1780 ਤੋਂ ਲੈ ਕੇ 1820 ਦੇ ਵਿਚਕਾਰ exact date ਕਹਿਣੀ ਬਹੁਤ ਔਖੀ ਹੈ ਕਦਨ ਉਹਨਾਂ ਦਿਨਾਂ ਵਿੱਚ ਕੋਈ ਫਾਰਮਲ ਪ੍ਰਿੰਟਿੰਗ ਪ੍ਰੈਸਸ ਨਹੀਂ ਹੁੰਦੀਆਂ ਸਨ ਉਹਨਾਂ ਦਿਨਾਂ ਵਿੱਚ ਕੋਈ ਮਤਲਬ ਕਿ ਉਹ ਜੇ ਕੋਈ ਫਾਰਮਲ ਪ੍ਰੋਸੈਸ ਨਹੀਂ ਹੁੰਦਾ ਸੀ ਕਿ ਇਹ ਹੁਣ ਕਿ ਇਹਦੇ ਕਾਪੀਰਾਈਟਸ ਦੇ ਉੱਤੇ ਕਦਨ ਗਈ ਹੈ ਤੇ ਕਦਨ ਛਪੀ ਹੈ ਤੇ ਕਦਨ ਉਹਦੀ ISBN ਨੰਬਰ ਕਦਨ ਇਸ਼ੂ ਹੋਇਆ ਉਹਦਾ ਔਰ ਸਮਥਿੰਗ ਲਾਈਕ ਦੈਟ ਸੋ ਕਿਤਾਬਾਂ ਦੇ ਐਗਜ਼ੈਕਟ ਪਬਲਿਕੇਸ਼ਨ ਡੇਟ ਦੀ ਡੇਟ ਦੱਸਣੀ ਬਹੁਤ ਮੁਸ਼ਕਿਲ ਹੈ ਕਵੀ ਸੰਤੋਖ ਸਿੰਘ ਜੀ ਆਪ ਨਿਰਮਲੇ ਸਨ as I said before ਇਹਨਾਂ ਨੂੰ ਭੇਜਿਆ ਗਿਆ ਸੰਸਕ੍ਰਿਤ ਪੜ੍ਹਨ ਵਾਸਤੇ ਸੰਸਕ੍ਰਿਤ ਇੰਪੋਰਟੈਂਟ ਸੀ ਸਮਝਣੀ ਵੇਦਾ ਸ਼ਾਸਤਰਾਂ ਦਾ ਗਿਆਨ ਤਾਂ ਕਿ ਇਹ ਹੁਣ ਆਣਗੇ ਵਕਤੇ ਦੇ ਗੁਣ ਵਿੱਚ ਇੱਕ ਵਕਤੇ ਦਾ ਗੁਣ ਉਹ ਆਏਗਾ ਕਿ ਕੰਪੈਰੀਟਿਵਲੀ ਉਹਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਹੋਰ ਧਰਮ ਕੀ ਕਹਿੰਦੇ ਹਨ ਅਸੀਂ ਕੀ ਕਹਿੰਦੇ ਹਾਂ ਤਾਂ ਕਿ ਕੋਈ ਦੂਸਰਾ ਕੋਈ ਕਵੇ ਤਾਂ ਉਹਨੂੰ ਬੰਦਾ ਕੱਟ ਸਕੇ ਉਹਨੂੰ ਉਸਨੂੰ ਸਮਝਾ ਸਕੇ ਉਸਨੂੰ ਵੀ ਗੁਰਮਤ ਕੀ ਹੈ
ਤੇ वेदांत की है, वेदांतिक थॉट प्रोसेस की है ते गुरमत थॉट प्रोसेस की है। हाँ जी, सो ਉਹਦੇ ਚ ਫਰਕ ਹੈ, वेदांतिक थॉट प्रोसेस ਤੇ ਗੁਰਮਤੀ थॉट प्रोसेस ਚ ਫਰਕ ਹੈ। प्लीज डू नॉट मेक इट्स एक कंक्लूजन नहीं कढना कि वेदांतिक थॉट प्रोसेस किधरे इंफीरियर है गुरमत थॉट प्रोसेस ਤੋਂ। मैं ਇਹ ਗੱਲ ਨਹੀਂ ਕਹਿ ਰਿਹਾ, ਸਾਡੇ ਵਾਸਤੇ इंफीरियर है, ਸਾਡੇ ਵਾਸਤੇ गुरमत थॉट प्रोसेस सुपीरियर है, ਪਰ ਜਿਹੜੇ ਸਨਾਤਨੀ ਹਨ, ਜਿਹੜੇ ਮੇਰੇ ਹਿੰਦੂ ਵੀਰ ਹਨ, ਉਹਨਾਂ ਵਾਸਤੇ ਉਹ ਸੁਪੀਰੀਅਰ ਹੈ। ਰਾਈਟ ਔਰ ਰੋਂਗ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਜਸਟ ਗੱਲ ਕਰ ਰਿਹਾ ਕਿ ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਗੁਰਬਾਣੀ ਵਿੱਚ ਸੈਵਰਲ ਰੈਫਰੈਂਸਸ ਆਉਂਦੇ ਹਨ ਹਿੰਦੂ ਸ਼ਾਸਤਰਾਂ ਵੇਦਾਂ ਬਾਰੇ। ਆਸਾ ਦੀ ਵਾਰ ਵਿੱਚ ਜਿਹੜਾ 12th ਪੌੜੀ ਦਾ ਜਿਹੜੇ ਸ਼ਲੋਕ ਜਿਹੜੇ ਹਨ, ਜਿਹਨੇ ਸਾਮ ਕਹੇ ਸਤੰਬਰ ਸੁਆਮੀ, ਸੱਚ ਮੇ ਆਖੇ ਸਾਚ ਰਹੇ, ਰਿਗ ਕੇ ਰਿਆ ਭਰਪੂਰ, ਉਹਦੇ ਵਿੱਚ ਬੜੇ ਰੈਫਰੈਂਸਸ ਆਏ ਹਨ। ਔਰ ਰੈਫਰੈਂਸਸ ਹੀ ਨਹੀਂ ਆਏ ਖਾਲੀ ਵੇਦਾਂ ਦੇ ਨਾਲ ਉਸ ਯੁੱਗ ਦੇ ਜਿਹੜੇ ਵੱਡੇ ਅਵਤਾਰ ਹੋਏ ਹਨ ਉਹਨਾਂ ਦਾ ਵੀ ਰੈਫਰੈਂਸ ਆਇਆ ਉੱਥੇ। ਹਾਂਜੀ, ਸੋ ਇਹ ਨਹੀਂ ਹੈ ਵੀ ਰੈਫਰੈਂਸਸ ਬਾਣੀ ਤੋਂ ਨਹੀਂ, ਭਗਤਾਂ ਦੀ ਬਾਣੀ ਵਿੱਚ ਹੀ ਮਿਲਦੇ ਹਨ ਰੈਫਰੈਂਸਸ, ਹੈ ਨਾ। ਸੋ ਰੈਫਰੈਂਸਸ ਤੁਹਾਨੂੰ ਹਰ ਜਗ੍ਹਾ ਮਿਲਣਗੇ। ਜੇ ਨੌਲੇਜੇਬਲ ਨਹੀਂ ਹੋਵੋਗੇ ਤੇ ਤੁਸੀਂ ਘੱਟ ਰਿਲੇਟ ਕਰ ਸਕਦੇ ਹੋ ਇਹਨਾਂ ਚੀਜ਼ਾਂ ਨਾਲ। ਸੋ ਉਸ ਚੀਜ਼ ਨੂੰ ਮੱਦੇ ਰੱਖਦੇ ਹੋਏ ਨਿਰਮਲੇ ਸਿੰਘ ਭੇਜੇ ਗਏ ਬਨਾਰਸ। ਆਬਵੀਅਸਲੀ ਜਦੋਂ ਤੁਸੀਂ ਇਤਨੇ ਸਾਲ ਉੱਥੇ ਰਹੇ, ਜਦੋਂ ਔਰ ਇਤਨੇ ਸਾਲ, ਜਦੋਂ 4 ਸਾਲ 5 ਸਾਲ 8 ਸਾਲ whatever it was, you stayed there and when you came back, you were a changed person, ਤੁਸੀਂ ਸਿਆਣੇ ਹੋ ਗਏ, ਤੁਸੀਂ ਤੇ ਉਹਨਾਂ ਨੇ ਮਹਾਰਾਜ ਨੇ ਕਿਹਾ ਤੁਸੀਂ ਨਿਰਮਲੇ ਹੋ ਗਏ ਹੋ ਹੁਣ, ਤੁਸੀਂ ਪਵਿੱਤਰ ਹੋ ਗਏ ਹੋ ਹੁਣ, ਤੁਹਾਡੀ ਨੌਲੇਜ ਆ ਗਈ, ਇਹ ਨੌਲੇਜ ਹੁਣ ਸਭ ਚ ਵੰਡੋ ਤੁਸੀਂ। ਫਿਰ ਉਹਨਾਂ ਦੀ ਇੱਕ ਆਪਣੀ ਵਿਚਾਰਧਾਰਾ ਬਣੀ। ਆਬਵੀਅਸਲੀ ਜਦੋਂ ਇਤਨੀ ਵਿਦਾਂਤਿਕ ਥਾਟ ਪੜ੍ਹ ਲੈਂਦੇ ਹੋ ਤੇ ਤੁਹਾਡੇ ਨੇਚਰ ਦੇ ਵਿੱਚ ਗੁਰਮਤ ਤੇ ਵਿਦਾਂਤਿਕ ਥਾਟ ਦੋਨੋਂ ਆ ਜਾਂਦੀਆਂ ਹਨ, ਦੋਨੋਂ। ਸੋ ਫਿਰ ਉਹਨਾਂ ਦਾ ਸਮਝਾਉਣ ਦਾ ਤਰੀਕਾ ਅਲੱਗ ਹੋ ਗਿਆ ਐਂਡ ਐਵਰੀਥਿੰਗ। ਲੇਕਿਨ ਭਗਤੀ ਭਾਵਨਾ ਵਾਲੇ ਸਨ ਸਾਰੇ, ਔਰ ਬਹੁਤ ਵੱਡੇ ਨਿਰਮਲੇ ਸਕਾਲਰ ਹੋਏ ਹਨ ਸਿੱਖੀਜ਼ਮ ਵਿੱਚ, ਜਿਨ੍ਹਾਂ ਦੀਆਂ ਕਿਤਾਬਾਂ ਹੁਣ ਤੱਕ ਪੜ੍ਹੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਹੁਣ ਤੱਕ ਸਲਾਹਿਆ ਜਾਂਦਾ ਹੈ। ਉਹਨਾਂ ਵਿੱਚ ਕਵੀ ਸੰਤੋਖ ਸਿੰਘ ਹਨ, ਗਿਆਨੀ ਗਿਆਨ ਸਿੰਘ ਹੋਰੀ ਸਾਰੇ ਜਾਣਦੇ ਹਨ, ਜਿਹੜੇ ਪੰਥ ਪ੍ਰਕਾਸ਼ ਦੇ ਤੇ ਤਾਰੀਖ ਗੁਰੂ ਖਾਲਸਾ ਲਿਖਣ ਵਾਲੇ, ਔਰ ਪੰਥ ਪ੍ਰਕਾਸ਼ ਲਿਖਣ। ਪੰਥ ਪ੍ਰਕਾਸ਼ ਤੋਂ ਬੜੀਆਂ ਐਗਜ਼ਾਮਪਲ ਆਉਂਦੀਆਂ ਹਨ ਗੁਰਬਾਣੀ ਚ ਦਿੰਦੇ ਹਨ ਜਿਹੜੀਆਂ। ਸੋ ਉਹ ਵੀ ਆਏ। ਫਿਰ ਉਹਨਾਂ ਦੇ ਚੇਲੇ ਜਾਂ ਕਹਿ ਲਓ ਜਾਂ ਉਹਨਾਂ ਦੇ ਫਾਲੋਅਰ ਬਹੁਤ, ਮੇਰੇ ਵਾਸਤੇ ਬਹੁਤ ਇੱਜ਼ਤ ਮਾਨ ਵੱਡੇ ਸ਼੍ਰੀਮਾਨ ਸਾਹਿਬ ਜੀ ਪੰਡਿਤ ਤਾਰਾ ਸਿੰਘ ਨਰੋਤਮ, ਉਹਨਾਂ ਦੀਆਂ, ਜਿਨ੍ਹਾਂ ਨੇ ਪਹਿਲੀ ਡਿਕਸ਼ਨਰੀ ਲਿਖੀ। ਸੋ ਬੜਾ ਵੱਡਾ ਯੋਗਦਾਨ ਰਿਹਾ ਹੈ ਨਿਰਮਲਿਆਂ ਦਾ। ਸੋ ਇਹ ਵੀ ਨਿਰਮਲੇ ਸਕਾਲਰ ਸਨ, ਸੂਰਯ ਪ੍ਰਕਾਸ਼ ਦੇ ਲਿਖੇਤਾ ਜਿਹੜੇ ਹਨ। ਤੇ ਇਹਨਾਂ ਨੇ ਗੁਰੂ ਸਾਹਿਬ ਦੀਆਂ ਜਿਹੜੀਆਂ ਸਾਰੀ ਗੁਰੂ ਸਾਹਿਬ ਦੀ ਹਿਸਟਰੀ ਜਿਹੜੀ ਇਹਨਾਂ ਨੇ ਛੰਦ ਬੰਦ ਕਰਕੇ ਲਿਖੀ। ਕਈ ਜਗ੍ਹਾ ਤੇ ਇਹੋ ਜਿਹੀਆਂ ਗੱਲਾਂ ਵੀ ਲਿਖੀਆਂ ਹੋਈਆਂ ਜਿਹੜੀਆਂ ਗੁਰਮਤ ਅਨੁਸਾਰ ਸ਼ਾਇਦ ਠੀਕ ਨਾ ਹੋਵਣ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਜਦੋਂ ਐਡਿਟ ਕੀਤਾ ਇਸ ਗ੍ਰੰਥ ਨੂੰ, ਤੇ ਉਹ ਆਪਣੀ ਉਸ ਐਡਿਟ ਵਿੱਚ ਉਹ ਕਲੀਅਰਲੀ ਦੱਸ ਦਿੰਦੇ ਹਨ। ਗੁਰਦੁਆਰਿਆਂ 'ਚ ਕਥਾ ਨਿਤਾਪ੍ਰਿਤ ਹੁੰਦੀ ਹੈ ਸੂਰਯ ਪ੍ਰਕਾਸ਼ ਦੀ, ਤੇ ਇਸ ਜਿਹੜੀ 14 ਜਿਹੜੇ ਗੁਣ ਜਿਹੜੇ ਹਨ, ਜਿਹੜੇ ਬਖਤੇ ਦੇ ਤੇ ਸਰੋਤੇ ਦੇ, ਇਹ ਗੁਣ ਜਿਹੜੇ ਹਨ ਇਹ ਇਸੀ ਬੁੱਕ ਚੋਂ ਲਿੱਤੇ ਹਨ ਸਾਰੇ। ਤੇ ਇਹ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਵਿੱਚ ਇਹ ਗੱਲ ਹੋਈ ਹੈ। ਸੋ ਜੇ ਹੁਣ ਕੋਈ ਕੁਐਸਚਨ ਨਾ ਹੋਵੇ ਤੇ ਆਈ ਵੁੱਡ ਲਾਈਕ ਟੂ ਦੈਨ ਸਟਾਰਟ ਔਨ ਦੀ ਸਾਖੀ ਜਿਹੜੀ ਆਈ ਹੈ ਸੂਰਯ ਪ੍ਰਕਾਸ਼ ਵਿੱਚ। ਤੇ ਮੈਂ ਕੁਝ ਪਹਿਲੇ ਲਾਈਨਾਂ ਮੈਂ ਬੁੱਕ ਚੋਂ ਪੜ੍ਹ ਕੇ ਸੁਣਾਵਾਂਗਾ, ਐਂਡ ਦੈਨ ਆਫਟਰ ਦੈਟ ਵੀ ਵਿਲ ਸਟਾਰਟ ਟੂ ਗੋ ਓਵਰ ਦ ਕੁਆਲਿਟੀਜ਼ ਆਫ ਦੀ, ਪਹਿਲੇ ਸਪੀਕਰ ਦੀਆਂ ਕੁਆਲਿਟੀਜ਼ ਜਿਹੜੀਆਂ ਮੇਰੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਹਨ, ਕਿਉਂਕਿ ਜਿਹੜਾ ਲਿਸਨਰ ਜਿਹੜਾ ਹੈ ਜਿਹੜਾ ਉਹ ਤਾਂ ਹੀ ਇੰਪ੍ਰੈਸ ਹੁੰਦਾ ਜਦੋਂ ਜਿਹੜਾ ਸਪੀਕਰ ਦੀ ਕੁਆਲਿਟੀ ਹੋਣ। ਮੈਂ ਕਈ ਵਾਰੀ ਆਪਣੇ ਆਪ ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਇਹਨਾਂ 14 ਗੁਣਾਂ ਵਿੱਚੋਂ ਜਿਤਨੇ ਗੁਣ ਲੈ ਸਕੇ ਬੰਦਾ, ਇਹ ਸਾਰੇ ਗੁਣ ਜਿਹਦੇ ਚ ਆ ਜਾਣ ਉਹ ਤੇ ਬਹੁਤ ਵੱਡਾ ਸਪੀਕਰ ਹੈ। ਬਹੁਤ ਘੱਟ ਹੀ ਹੋ ਜੇ ਬੰਦੇ ਦੁਨੀਆ 'ਚ ਹੋਣਗੇ ਜਿਹਦੇ 'ਚ ਕਿ ਇਹ ਸਾਰੇ ਗੁਣ ਹੋਣ ਜਿਨ੍ਹਾਂ 'ਚ, ਪਰ ਜੇ ਹੋ ਜਾਵਣ ਤੇ ਫਿਰ ਵਾਹ ਹੈ ਉਹਦੀ। ਮੈਂ ਕੋਸ਼ਿਸ਼ ਕਰਦਾ ਹੁੰਦਾ ਜਿੰਨੀ ਮਰਜ਼ੀ ਬੋਲਣ, ਜਦੋਂ ਬੋਲਣ ਦੇ ਟਾਈਮ ਕਿ ਜਿਤਨੀ ਵੀ ਅਗਰ ਹੋ ਜਾਏ, ਜਿਤਨੀ ਕੁਆਲਿਟੀ ਤੁਸੀਂ ਇਕੱਠੀਆਂ ਕਰ ਲਵੋ ਉਤਨੀਆਂ ਅੱਛੀਆਂ ਹਨ। ਹਾਂਜੀ, ਸੋ ਇਫ ਐਨੀਬਡੀ ਹੈਜ਼ ਅ ਕੁਐਸਚਨ ਐਟ ਦਿਸ ਪੁਆਇੰਟ ਆਈ ਵੁੱਡ ਲਾਈਕ ਟੂ ਆਨਸਰ, otherwise I'd like to read a few lines from this book though, to start off the ਸਾਖੀ ਜਿਹੜੀ ਲਿਖੀ ਹੋਈ ਹੈ ਜਿਹੜੀ ਸੂਰਯ ਪ੍ਰਕਾਸ਼ ਵਿੱਚ, ਜਿਹਦੇ 'ਚ ਕਿ ਇਹ ਗੁਣ, ਇਹਨਾਂ ਦੇ ਗੁਣ ਜਿਹੜੇ ਵਿਖਿਆਨ ਕੀਤੇ ਗਏ ਹਨ ਬਖਤੇ ਤੇ ਸਰੋਤੇ ਦੇ। ਹਾਂਜੀ, so anybody has any questions you can unmute yourself. I'll wait a few seconds. Otherwise, I'll start. ਰਿੰਦਰ ਜੀ ਹੁਣ ਫਲੋ ਚੱਲ ਰਿਹਾ ਹੈ ਤੇ ਅਖੀਰ ਵਿੱਚ ਜੇ ਤੁਸੀਂ ਇੱਕ ਵਾਰੀ ਗੁਰਮੁਖ ਨਾਦੰ ਗੁਰਮੁਖ ਵੇਦੰ ਦੇ ਬਾਰੇ ਐਕਸਪਲੇਨ ਕਰ ਦਿਓ, that will be nice. If there's enough time, then I'll definitely do it. Otherwise, I'll do it next time. ਠੀਕ।
ਇਹ ਜਿਹੜੀ ਹੈ ਸੂਰਜ ਪ੍ਰਕਾਸ਼ ਤੋਂ ਪੰਜਵੀਂ ਰਾਸ ਵਿੱਚੋਂ ਹੈ ਤੇ ਅਧਿਆਇ 42 which I think somebody already put that, but let me read the few lines though ਕਿ ਚਾਰ ਸਿੱਖਾਂ ਦੇ ਨਾਂ ਇਹ ਹਨ, ਤੁਲਸੀਆ ਦਰਗਾਹ ਤਖਤੂ ਧੀਰ ਤੇ ਤੀਰਥ ਉੱਪਲ। ਉਸ ਵੇਲੇ ਦੇ ਨਾਂ ਜਿਹੜੇ ਹਨ, as you can feel the names, you know, ਕਿ ਨਾਮ ਜਿਹੜੇ ਹਨ, ਕਿਉਂਕਿ ਖਾਲਸਾ ਸੱਜਿਆ ਨਹੀਂ ਹੋਇਆ ਹਾਲੇ, ਇਸ ਵਾਸਤੇ ਨਾਮਾਂ ਦੇ ਅੱਗੇ ਸਿੰਘ ਨਹੀਂ ਲੱਗਿਆ ਹੋਇਆ ਨਾਲ। So regular names, and jo there was a thin line that divided the Hindu community and the Sikh community, है ना, बड़े सहजधारी भी सन उस वेले बड़े। So let me read the lines though. So दोहरा है पहला कि मनसा सारथो तुलसिया दरगे तख्तू तीर तीरथ उप्पल संग मिल आए श्री गुर तीर, है जी। ते मनस ए तुलसिया दरगाह तख्तू तीर ते तीरथ उप्पल चार सिख मनसा धार के ਅੰਮ੍ਰਿਤਸਰ ਸਾਹਿਬ ਪੁੱਜੇ ਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ 'ਚ ਪੇਸ਼ ਹੋਏ। ਹਾਂਜੀ, ਤੇ ਉੱਥੇ ਇਹ ਹਨ ਕਿ ਇੱਥੇ ਵੜੇ ਆਏ ਹਨ ਕਿ ਬੰਧਨ ਕਰ ਸਭ ਬੈਠੇ ਪਾਸ ਹੱਥ ਜੋੜ ਉਚਰੀ ਅਰਦਾਸ। ਹੱਥ ਜੋੜ ਕੇ ਅਰਦਾਸ ਕੀਤੀ ਤੇ ਬੰਦਨਾ ਕਰਕੇ ਬੈਠ ਕੇ ਮਹਾਰਾਜ ਅੱਗੇ ਅਰਦਾਸ ਕਰਦੇ ਹਨ, ਧੰਨ ਗੁਰੂ ਹਰਗੋਬਿੰਦ ਮਹਾਰਾਜ ਅੱਗੇ, ਕਿ ਸੱਚੇ ਪਾਤਸ਼ਾਹ ਹਮ ਸੁਨੇ ਸਿੱਖ ਅਨੇਕ ਅਰਥ ਜੇ ਭਨੇ। ਇਹ ਮਹਾਰਾਜ ਅਸੀਂ ਸੁਣਦੇ ਹਾਂ ਕਥਾ ਗੁਰਬਾਣੀ ਦੀ ਰੋਜ਼, ਸਿੱਖ ਅਨੇਕ ਅਰਥ ਜੇ ਭਨੇ, ਜਿਹੜੇ ਸਿੱਖ ਜਿਹੜੇ ਕਰਦੇ ਹਨ ਕਥਾ ਗੁਰਦੁਆਰਿਆਂ ਵਿੱਚ, ਅਸੀਂ ਇਹ ਕਥਾ ਸੁਣਦੇ ਹਾਂ ਮਹਾਰਾਜ, ਬਟ ਫਿਰ ਵੀ ਮਨ ਕੋ ਸ਼ਾਂਤ ਨਾ ਕਿਸ ਕੋ ਆਵੇ। ਪਰ ਮਨ ਦੀ ਸ਼ਾਂਤੀ ਨਹੀਂ ਆਉਂਦੀ ਮਹਾਰਾਜ, ਮਨ ਸ਼ਾਂਤ ਨਹੀਂ ਹੁੰਦਾ। ਉਹਨਾਂ ਨੂੰ ਸੁਣ ਕੇ ਹਾਲੇ ਵੀ ਖੇੜਾ ਨਾਮ ਦਾ ਅੰਦਰ ਪੈਦਾ ਨਹੀਂ ਹੁੰਦਾ। ਇਤਨੀ ਕਥਾ ਸੁਣਨ ਤੋਂ ਬਾਅਦ ਵੀ ਪ੍ਰਮਾਤਮਾ ਨਾਲ ਮਿਲਣ ਦਾ ਜੀ ਨਹੀਂ ਚਾਹੁੰਦਾ ਸਾਡਾ। ਮਨ ਕੋ ਸ਼ਾਂਤ ਨਾ ਕਿਸ ਕੋ ਆਵੇ, ਇਤ ਕੁਤ ਕੀ ਹਟ ਥਿਰ ਨਾ ਰਹਾਵੇ, ਨਿਵਲਾ ਅਪਰ ਨਿਹਾਲੂ ਦੋਏ ਕਥਾ ਉਚਾਰ ਕਰਤ ਹੈ ਸੋਏ। ਇਤ ਉਤ ਤੇ ਹਟ ਥਿਰ ਨਾ ਰਹਾਵੇ, ਤੇ ਇਤ ਉਤ ਕੇ ਹਰ ਥਿਰ ਨਾ ਰਹਾਵੇ। ਮੇਰਾ ਮਨ ਚੰਚਲ ਫਿਰ ਵੀ ਚੰਚਲ ਹੀ ਰਹਿੰਦਾ ਹੈ, ਕਦੀ ਇੱਧਰ ਦੌੜਦਾ ਹੈ, ਕਦੀ ਉੱਧਰ ਦੌੜਦਾ ਹੈ ਮੇਰਾ ਮਨ ਦੀਆਂ ਧਾਰਾਂ ਇੱਧਰ ਉੱਧਰ ਜਾਂਦੀਆਂ ਨੇ। ਹੇ ਗੁਰੂ ਹਰਗੋਬਿੰਦ ਪਾਤਸ਼ਾਹ, ਮੇਰੇ ਤੇ ਕਿਰਪਾ ਕਰੋ। ਤੇ ਇਹ ਕਥਾ ਜਿਹੜੀ ਸੁਣਦੇ ਹਾਂ ਰੋਜ਼, ਇਹ ਕੀਰਤਨ ਜਿਹੜਾ ਸੁਣਦੇ ਹਾਂ, ਇਹਦੇ ਉੱਤੇ ਤੁਸੀਂ ਮੇਰੇ ਤੇ ਕਿਰਪਾ ਕਰਕੇ ਤੁਸੀਂ ਮੈਨੂੰ, ਅਗਰ ਆਪਣੇ ਆਪ ਨੂੰ ਤੁਸੀਂ ਮਿਊਟ ਕਰ ਲਓ, ਆਈ ਵੁੱਡ ਰੀਅਲੀ ਅਪਰੀਸ਼ੀਏਟ ਇਟ। ਮੈਨੂੰ ਹਾਲੇ ਵੀ ਬੜਾ ਗਿਲਟੀ ਫੀਲ ਹੁੰਦਾ ਹੈ when somebody's mic is on, they're talking about something else other than Gurbani, then I feel bad about it. I hope I don't get a part of that, you know, but ਕੋਸ਼ਿਸ਼ ਕਰੋ ਕਿ ਕਲਾਸ ਜੇ ਅਟੈਂਡ ਕਰਦੇ ਪਿਓ ਤੇ ਧਿਆਨ ਇਸ ਪਾਸੇ ਦਿਓ, you know। ਮਨ ਕੋ ਸ਼ਾਂਤ ਨ ਕਿਸ ਕੋ ਆਵੇ, ਇਤ ਉਤ ਤੇ ਹਟ ਥਿਰ ਨ ਰਹਾਵੇ, ਨਿਵਲਾ ਅਪਰ ਨਿਹਾਲੂ ਦੋਏ। ਦੋ ਕਥਾਵਾਚਕ ਦੇ ਨਾਂ ਆਏ ਹਨ, ਇੱਕ ਨਿਵਲਾ ਤੇ ਨਿਹਾਲੂ। ਦੋ ਕਥਾਵਾਚਕ ਹੋਣੇ ਜਿਹੜੇ ਉਹਨਾਂ ਦੇ ਵਿਲੇਜ ਵਿੱਚ, ਉਹਨਾਂ ਦੇ ਸ਼ਹਿਰ ਵਿੱਚ ਜਿਹੜੇ ਕਥਾ ਕਰਦੇ ਹੋਣੇ ਗੁਰਬਾਣੀ ਦੇ। ਉਸ ਵੇਲੇ ਇਹੀ ਨਾਂ ਹੁੰਦੇ ਸਨ ਜਿਹੜੇ ਆਮ ਬੰਦਿਆਂ ਦੇ ਨਾਂ ਦੇ ਉੱਤੇ ਜਿਹੜਾ ਹੈ। ਇੱਥੇ ਕੋਈ ਸਿੰਘਾਂ ਵਾਲੇ ਨਾਂ ਹੋਣ, ਜਿਸ ਤਰ੍ਹਾਂ ਮੇਰਾ ਨਾਂ ਸੁਰਿੰਦਰ ਹੈ ਜਾਂ ਗੁਰਬਖਸ਼ ਹੈ ਜਾਂ ਇਹੋ ਜਿਹੇ ਗੁਰਦਿਆਲ ਹੈ ਜਾਂ ਕਮਲ ਹਨ, ਇਹੋ ਜਿਹੇ ਨਾਂ ਜਿਹੜੇ ਹਨ ਇਹ ਲੇਟਰ ਔਨ ਦਸਮ ਪਾਤਸ਼ਾਹ ਦੇ ਅੰਮ੍ਰਿਤ ਸੈਰੇਮਨੀ ਤੋਂ ਬਾਅਦ ਇਹੋ ਜਿਹੇ ਨਾਂ ਜਿਹੜੇ ਜ਼ਿਆਦਾ ਪ੍ਰਚਲਿਤ ਹੋਏ। ਪੁਰਾਣੇ ਨਾਂ ਜਿਹੜੇ ਸਨ ਉਹ ਰੈਗੂਲਰ ਨਾਂ ਹੀ ਸਨ ਜੋ ਹਿੰਦੂਆਂ ਵਿੱਚ ਹੁਣ ਤੱਕ ਪ੍ਰਚਲਿਤ ਹਨ ਜਿਹੜੇ ਨਾਂ। ਨਿਵਲਾ ਅਪਰ ਨਿਹਾਲੂ ਸੋਏ, ਕਥਾ ਉਚਾਰ ਕਰਤ ਹੈ ਸੋਏ। ਤੇ ਇੱਥੇ ਫਿਰ ਆਏ ਨੇ ਜਿਹੜੇ ਇੰਪੋਰਟੈਂਟ ਸ਼ਲੋਕ ਇੱਥੇ ਆਏ ਅੱਗੇ ਜਾ ਕੇ ਕਿ ਸੁਨ ਸ਼੍ਰੀ ਹਰਗੋਬਿੰਦ ਬਖਾਨਾ। ਇਹ ਸੁਣ ਕੇ ਗੁਰੂ ਹਰਗੋਬਿੰਦ ਮਹਾਰਾਜ ਨੇ ਬੋਲਿਆ, अमृत सतगुर शब्द महाना। गुरु का शब्द, गुरु की आज्ञा अमृत समान है, गुरु दी बाणी अमृत समान है। सुन श्री हरगोबिंद बखाना, अमृत सतगुर शब्द महाना। बक्ता में 14 गुण होए, ज्ञान पाए तिसके सुने कोई। बक्ते विच जे 14 गुण होवन ਤੇ ਫਿਰ ਤੁਹਾਨੂੰ ਗਿਆਨ ਉਸ ਗੱਲ ਦਾ ਜਾਂ ਤੁਹਾਡੇ ਵਿੱਚ ਧਿਆਨ ਉਸ ਲੱਗਣ ਦਾ ਬੜਾ ਪ੍ਰੋਬੇਬਿਲਿਟੀ ਵੱਧ ਜਾਂਦੀ ਹੈ। ਮਹਾਰਾਜ ਦੇ ਇਹ ਬਚਨ ਕਹਿਣ ਤੋਂ ਬਾਅਦ ਸਿੱਖਾਂ ਨੇ, ਕਥਾ ਬੜੀ ਲੰਬੀ ਹੈ, ਆਮ ਨਾਟ ਗੋਇੰਗ ਟੂ ਰੀਡ ਦੀ ਲਾਈਨਸ ਫਰਮ ਸੂਰਜ ਪ੍ਰਕਾਸ਼ even though I have these pages in front of me. I'm going to now summarize the 14 qualities ਜਿਹੜੀਆਂ ਪਹਿਲੇ ਵੀ ਮੈਂ ਪਿਛਲੇ ਸਾਲ ਕੀਤੀਆਂ ਸਨ, but a lot of people said ਕਿ ਨਹੀਂ ਦੁਬਾਰਾ ਕਰੋ, so I took out my notes and said see the key how we can improve upon as a quality of speaker. Oh, by the way, ਇਹ ਜਿਹੜੀਆਂ
what has been written here ਜਿਹੜੀ qualities of speaker ਜਿਹੜੀ ਲੇਕਿਨ ਇਹ spiritual realm ਦੇ ਉਸ ਦਾਇਰੇ ਦੇ ਅੰਦਰ ਲਿਖੀਆਂ ਗਈਆਂ ਹਨ ਜੀ so if we are talking about something that is non spiritual then some of it might not apply है ना so so this is written from an angle जिसने किसी ਨੂੰ ਪ੍ਰਮਾਤਮਾ ਤਰਫ ਲਗਾਉਣਾ ਹੈ ਕਿਸ ਨੂੰ you know ਉਹਦੀ I think ਉਹਦੀ ਉਸ ਨਜ਼ਰ ਅੰਦਾਜ਼ ਤੋਂ ਲਿਖੀਆਂ ਗਈਆਂ ਨੇ ਇਹ ਚੀਜ਼ਾਂ 14 qualities and I'm going to list one by one and then maybe I can write down the list on a piece of paper and somebody actually already put it on the chat group. You can read it later on also, but let me go through it one by one. The most important one, the very first one that comes though, जिसनु सूर्य प्रकाश वाग्मी किया गया है संस्कृत का वर्ड है मतलब है रसीला होवे रसीला सुर नाल संबंधित है जिदे सुरीला होवे भाव बोलण विच प्यार होवे जिदे च ਤੇ ਜਿਹਦੇ ਚ ਆਪੇ ਹੀ ਬੋਲ ਕੇ ਪਿਆਰ ਨਾ ਹੋਵੇ ਜਿਹਦੇ ਚ ਆਪੇ ਹੀ ਰੁੱਖਾ ਹੋਵੇ ਆਪੇ ਹੀ ਬੋਲਣ ਵਿੱਚ ਉਹਦੇ ਕੋਈ ਤੁਹਾਨੂੰ ਲੱਗੇ ਹੀ ਨਾ ਕਿ ਇਹਦੇ ਵਿੱਚ ਕੋਈ ਕਰੁਣਾ ਦਇਆ ਜਾਂ ਇਹਦੀ ਲੈਂਗੁਏਜ ਵਿੱਚ ਕੋਈ ਲਵ ਹੈ ਇਹਦੇ ਜਿਹੜਾ ਆਪੇ ਹੀ ਡਿਸਕਨੈਕਟਡ ਹੋਵੇ ਜਿਹੜਾ ਆਪੇ ਹੀ ਵਾਗਮੀ ਨਾ ਹੋਵੇ ਜਿਹੜਾ ਬੋਲਣ ਵਾਲਾ ਉਹ ਦੂਸਰਿਆਂ ਨੂੰ ਕੀ ਜੋੜਨਾ ਉਸਨੇ ਜਿਹੜਾ ਖੁਦ ਹੀ ਅਹੰਕਾਰ ਨਾਲ ਭਰਿਆ ਹੋਵੇ ਜਿਹੜੇ ਖੁਦ ਹੀ ਬੋਲਣ ਵਿੱਚ ਪ੍ਰੇਮ ਨਾ ਹੋਵੇ ਜਿਹਦੇ ਵਿੱਚ ਜਿਹੜੇ ਖੁਦ ਹੀ ਸਮਝਾਉਣ ਦੇ ਵਿੱਚ ਇਮੋਸ਼ਨਲ ਨਾ ਹੋਵੇ ਜੇ ਉਸ ਨਾਲ ਜੁੜਿਆ ਨਾ ਹੋਵੇ ਵਾਗਮੀ ਨਾ ਹੋਵੇ ਸੁਰੀਲਾ ਨਾ ਹੋਵੇ ਤੇ ਇਹ ਵਕਤੇ ਦੀ ਸਭ ਤੋਂ ਇੰਪੋਰਟੈਂਟ ਕੁਆਲਿਟੀ ਨੰਬਰ ਪਹਿਲੇ ਤੇ ਆਈ ਹੈ ਕਿ ਬੋਲਣ ਵਾਲੇ ਵਿੱਚ ਪਿਆਰ ਬੋਲਣ ਵਾਲੇ ਵਿੱਚ ਰਸ ਤੇ ਬੋਲਣ ਵਾਲਾ ਜਿਹਦੇ ਪਿੱਛੇ ਬੋਲ ਰਿਹਾ ਉਹ ਆਪ ਇੰਪ੍ਰੈਸ ਹੋਵੇ ਉਸ ਚੀਜ਼ ਤੋਂ ਉਹ ਆਪ ਵਾਗਮੀ ਹੋਵੇ ਆਪ ਰਸੀਲਾ ਹੋਵੇ ਤੇ ਰਸੀਲਾ ਤਾਂ ਹੀ ਹੋਏਗਾ ਜੇ ਅਗਰ ਜਪਜੀ ਬਾਰੇ ਕੋਈ ਬੋਲਦਾ ਪਿਆ ਹੈ ਤੇ ਜਪਜੀ ਤੋਂ ਪਹਿਲੇ ਤੇ ਉਹਦੀ ਲਾਈਫ ਦੇ ਉੱਤੇ ਜਪਜੀ ਨਾਲ ਉਹ ਇੰਪ੍ਰੈਸਡ ਹੋਵੇ ਪਹਿਲੇ ਯੂ نو ਉਹਨੂੰ ਉਹ ਪੜ੍ਹ ਕੇ ਉਹ ਆਪੇ ਉਸ ਅਵਸਥਾ 'ਚ ਹੋਵੇ ਤਾਂ ਰਸੀਲਾ ਬਣ ਪਾਏਗਾ ਸੋ ਇਹ ਵਕਤੇ ਦੀ ਸਭ ਤੋਂ ਪਹਿਲੀ ਕੁਆਲਿਟੀ ਵਾਗਮੀ ਹੋਵੇ ਰਸੀਲਾ ਹੋਵੇ and I'm going to write this down and I'll try to write this down on a piece of paper though ਆਸਤੇ ਆਸਤੇ ਕਰਕੇ ਸੋ ਇਹ ਪਹਿਲੀ ਕੁਆਲਿਟੀ ਹੈ ਤੇ दूसरी क्वालिटी है और ये क्वालिटी भी स्पीकर विच बहुत इंपॉर्टेंट है उन्होंने व्यास लिखिया है संस्कृत विच व्यास कहंदे हन सूर्य प्रकाश व्यास वर्ड आया है व्यास का मतलब है कि प्रसंग अनुसार विस्तार करके दस सके गल विच मीन्स है कि उसनू उस सब्जेक्ट मैटर बारे इन डेप्थ नॉलेज होवे सरफेस लेवल दी नॉलेज ना होवे उसनू ਉਸਨੂੰ ਇਹ ਨਾ ਪਤਾ ਹੋਵੇ ਕਿ ਮੂਲ ਮੰਤਰ ਦੀ ਇੱਕ ਲਾਈਨ ਦੇ ਮੀਨਿੰਗ ਕੀ ਹੈ ਉਸਨੂੰ ਓਵਰਆਲ ਜਪਜੀ ਬਾਰੇ ਗਿਆਨ ਹੋਵੇ ਉਸਨੂੰ I'm going to give an example ਉਸਨੂੰ ਖਾਲੀ ਇਹ ਨਾ ਪਤਾ ਹੋਵੇ ਕਿ ਸੁਖਮਨੀ ਦੀ ਹਰ ਲਾਈਨ ਦੇ ਕੀ ਮਤਲਬ ਹਨ ਉਹਨੂੰ ਇਹ ਇਸ ਬਾਰੇ ਗਿਆਨ ਨਾ ਹੋਵੇ ਜੇ ਕੋਈ ਸਿਆਣਾ ਪੁੱਛ ਲਵੇ ਕਿ 17ਵੀਂ ਅਸ਼ਟਪਦੀ ਦਾ ਤੇ 18ਵੀਂ ਅਸ਼ਟਪਦੀ ਦਾ ਮੇਲ ਕੀ ਹੈ 19ਵੀਂ ਅਸ਼ਟਪਦੀ ਦੀ ਵਿਚਾਰਧਾਰਾ 20ਵੀਂ ਅਸ਼ਟਪਦੀ ਦੀ ਵਿਚਾਰਧਾਰਾ ਨਾਲ ਕਿਸ ਤਰ੍ਹਾਂ ਉਹ ਅੱਗੇ ਜਾਂਦੀ ਹੈ ਤੇ ਉਸ ਨੂੰ ਇਸ ਗੱਲ ਦਾ ਵੀ ਗਿਆਨ ਹੋਵੇ ਭਾਵ ਡਿਟੇਲ ਵਿੱਚ ਗਿਆ ਹੋਵੇ ਆਪ ਵਿਆਸੀ ਹੋਵੇ ਆਪ ਇਨ ਡੈਪਥ ਨੌਲੇਜ ਹੋਵੇ ਬੋਲਣ ਵਾਲੇ ਵਿੱਚ ਇੱਕ ਚੀਜ਼ ਦਾ ਪਤਾ ਹੋਵੇ ਗੁਰਬਾਣੀ ਦੇ ਗ੍ਰਾਮਰ ਰੂਲ ਤੋਂ ਵਾਕਿਫ ਹੋਵੇ ਉਹ ਸਿਹਾਰੀਆਂ ਬਿਹਾਰੀਆਂ ਦਾ ਉਹਨੂੰ ਪਤਾ ਹੋਵੇ ਹਾਂਜੀ ਜੇ ਇੱਕ ਤੋਂ ਜ਼ਿਆਦਾ ਕੰਮ ਹੋਏ ਹਨ ਜਪਜੀ ਤੇ ਨਿਰਮਲੇ ਦੇ ਵਿਊ ਪੁਆਇੰਟ ਤੋਂ ਪਤਾ ਹੋਵੇ ਉਦਾਸੀਆਂ ਦਾ ਵਿਊ ਪੁਆਇੰਟ ਪਤਾ ਹੋਵੇ ਸਿੰਘ ਸਭਾਈਆਂ ਦਾ ਵਿਊ ਪੁਆਇੰਟ ਪਤਾ ਹੋਵੇ ਹਾਂਜੀ ਸੰਪਰਦਾਈ ਵਿਊ ਪੁਆਇੰਟ ਕੀ ਹੈ ਉਸ ਬਾਰੇ ਜਾਣੂ ਹੋਵੇ ਉਹ ਸਾਰੇ ਟੀਕੇ ਪੜੇ ਹੋਣ ਉਸਨੇ ਜਿਹੜਾ ਜਿਸਨੇ ਬੋਲਣਾ ਹੈ ਜਿਹੜਾ ਬਖਤਾ ਹੈ ਜਿਹੜਾ ਉਸਨੂੰ ਉਹਦੇ ਸਬਜੈਕਟ ਮੈਟਰ ਬਾਰੇ ਸਰਫੇਸ ਲੈਵਲ ਦੀ ਨੌਲੇਜ ਨਾ ਹੋਵੇ ਉਸਨੂੰ ਜਿਹੜਾ ਅੱਜਕੱਲ ਬਹੁਤ ਘਾਟ ਹੈ ਇਸ ਚੀਜ਼ ਦਾ ਇਨ ਡੈਪਥ ਨੌਲੇਜ ਹੋਵੇ ਕੀਰਤਨ ਸਿਖਾਣਾ ਹੋਵੇ ਤਾਂ ਵੀ ਇਨ ਡੈਪਥ ਨੌਲੇਜ ਹੋਵੇ ਸੁਰਾਂ ਦਾ ਗਿਆਨ ਹੋਵੇ ਆਪ ਪਤਾ ਹੋਵੇ ਕਿ ਆਸਾਵਰੀ ਤੇ ਕਲਿਆਣ 'ਚ ਕੀ ਫਰਕ ਹੈ ਤੇ ਜੇ ਦੋ ਰਾਗ ਇੱਕੋ ਜਿਹੇ ਹਨ ਦੇਸੀ ਤੇ ਆਸਾ ਵਰਗੇ ਉਹਨਾਂ ਨੂੰ ਗਾ ਕੇ ਸਮਝਾ ਸਕਿਆ ਦੇਖੋ ਇਹ ਸੁਰ ਦੀ ਮੂਵਮੈਂਟ ਇਸ ਰਾਗ ਦੀ ਹੈ ਇਹ ਸੁਰ ਦੀ ਮੂਵਮੈਂਟ ਇਸ ਰਾਗ ਦੀ ਹੈ ਹਾਂਜੀ ਖੁਦ ਨੌਲੇਜੇਬਲ ਹੋਵੇ ਬੜਾ ਵਿਆਸ ਹੋਣਾ ਬੜਾ ਇੰਪੋਰਟੈਂਟ ਹੈ ਇੱਕ ਰਸੀਲਾ ਹੋਵੇ ਤੇ ਫਿਰ ਸਬਜੈਕਟ ਮੈਟਰ ਦੀ ਉਸਨੂੰ ਡੂੰਗੀ ਨੌਲੇਜ ਹੋਵੇ ਉਸਨੂੰ ਔਰ ਡੂੰਗੀ ਨੌਲੇਜ ਹੋਵੇ ਜਿਹੜਾ ਪ੍ਰਸੰਗ ਅਨੁਸਾਰ ਵਿਸਥਾਰ ਵਿੱਚ ਸਭ ਸਮਝਾ ਸਕੇ ਸਾਰਿਆਂ ਨੂੰ ਹਾਂਜੀ ਇਹ ਦੂਸਰੀ ਕੁਆਲਿਟੀ ਹੈ ਸਪੀਕਰ ਦੀ
ਤੇ ਤੀਸਰੀ ਕੁਆਲਿਟੀ ਸਮਾਸ ਹੈ। ਸਮਾਸ ਦੇ ਅਗਰ ਸੰਸਕ੍ਰਿਤ ਦੇ ਵਰਡ ਮੀਨਿੰਗ ਹੁੰਦੇ ਨੇ ਸਮਰਾਈਜ਼ ਕਰਨਾ, ਤੇ ਇਤਨਾ ਨੌਲੇਜੇਬਲ ਹੋਵੇ ਕਿ ਅਗਰ ਕੋਈ ਕਵੇ ਕਿ ਜਪਜੀ ਦੀ ਮੇਰੇ ਕੋਲ ਸਿਰਫ 5 ਮਿੰਟ ਹਨ ਪੂਰੇ ਜਪਜੀ ਦੀ ਨੌਲੇਜ ਲੈਣ ਵਾਸਤੇ, ਤੇ ਉਹ 5 ਮਿੰਟਾਂ ਵਿੱਚ ਜਪਜੀ ਦਾ ਸਾਰ ਦੱਸ ਸਕੇ। ਇਤਨਾ ਨੌਲੇਜੇਬਲ ਹੋਵੇ ਕਿ ਜੇ ਕੋਈ ਸੰਖੇਪ ਵਿੱਚ ਗੱਲ ਕਰਨਾ ਚਾਹਵੇ ਤੇ ਉਸ ਸੰਖੇਪ ਦੇ ਵਿੱਚ ਸਾਰੀ ਜਪਜੀ ਦੀਆਂ 38 ਪੌੜੀਆਂ ਦੀਆਂ ਨੌਲੇਜ ਜਿਹੜੀ ਹੈ ਉਹ 5 ਮਿੰਟਾਂ ਵਿੱਚ ਕਿਸੇ ਨੂੰ ਦੇਣ ਚ ਕਾਬਲ ਹੋਵੇ। ਇਹੋ ਜਿਹਾ ਗਿਆਨੀ ਹੋਵੇ, ਇਹੋ ਜਿਹਾ ਪੜ੍ਹਿਆ ਲਿਖਿਆ ਹੋਵੇ, ਇਹ ਉਹੀ ਬੰਦਾ ਕਰ ਸਕਦਾ ਜਿਸ ਨੂੰ ਇੰਟ੍ਰਿੰਸਿਕ ਨੌਲੇਜ ਜਿਹੜੀ ਹੈ ਅੰਦਰਲੀ ਪੂਰੀ ਹੋਵੇ, ਸਰਫੇਸ ਲੈਵਲ ਦਾ ਗਿਆਨ ਨਾ ਹੋਵੇ ਜਿਸ ਨੂੰ। ਸੋ ਇਹ ਕੁਆਲਿਟੀ ਜਿਹੜੀ ਹੈ, ਇਹ ਕੁਆਲਿਟੀ ਹੋਰ ਮੁਸ਼ਕਿਲ ਹੈ ਪਹਿਲੀ ਕੁਆਲਿਟੀ ਨਾਲੋਂ। ਬੜੇ ਲੋਕ ਮੈਂ ਦੇਖੇ ਨੇ ਆਪਣੀ ਲਾਈਫ ਵਿੱਚ ਵੀ, ਔਰ ਕਈ ਵਾਰੀ ਮੈਨੂੰ ਵੀ ਦਿੱਕਤ ਆਉਂਦੀ ਹੈ ਨੰਬਰ 3 ਦੀ ਕੁਆਲਿਟੀ ਦੇ ਉੱਤੇ, ਕਿ ਆਪੇ ਨੌਲੇਜ ਹੈ ਇਨ ਡੈਪਥ, ਸਮਝੇ ਹੋਏ ਹੋ ਹਰ ਗੱਲ ਨੂੰ, ਪਰ ਉਸੇ ਗੱਲ ਨੂੰ ਤੁਸੀਂ ਅਗਰ ਤੁਸੀਂ ਸਮਝਾ ਰਹੇ ਹੋ ਹੁਣ ਕਿਸੇ ਨੂੰ ਸਮਝਾ ਰਹੇ ਹੋ ਤੇ ਕੋਈ ਕਵੇ ਤੁਹਾਨੂੰ ਯਾਰ ਮੇਰੇ ਕੋਲ ਟਾਈਮ ਬੜਾ ਘੱਟ ਹੈ, ਮੇਰੇ ਕੋਲ ਸਿਰਫ 10 ਮਿੰਟ ਹੀ ਹੈ। ਕਈ ਵਾਰੀ ਗੁਰਦੁਆਰੇ ਬੋਲਣ ਜਾਓ ਤੇ ਕਹਿੰਦੇ ਜੀ ਟਾਈਮ ਬੜਾ ਘੱਟ ਹੈ ਵੀਰ ਜੀ, ਸਿਰਫ 10 ਮਿੰਟ ਹੀ ਹੈ। ਤੇ 10 ਮਿੰਟਾਂ ਵਿੱਚ ਉਸ ਜਿਹੜੀ ਵੱਡੀ ਗੱਲ ਦਾ ਜਿਹੜੀ ਸੈਂਟਰਲ ਜਿਹੜਾ ਥਾਟ ਪ੍ਰੋਸੈਸ ਹੈ ਜਪਜੀ ਦਾ, ਉਹ ਸੰਗਤਾਂ ਤੱਕ ਪਹੁੰਚਾ ਸਕੇ, ਕਹਿ ਸਕੇ ਕੀ ਹੈ ਸੈਂਟਰਲ ਥਾਟ ਪ੍ਰੋਸੈਸ ਜਪਜੀ ਦਾ, ਉਹਨੂੰ ਪਤਾ ਹੋਵੇ ਸੈਂਟਰਲ, ਉਹ ਢੂੰਡਣਾ ਨਾ ਪਵੇ ਉਸਨੂੰ ਵੀ ਕਿਹੜੀਆਂ ਪੌੜੀਆਂ 'ਚ ਲਿਖਿਆ ਹੋਇਆ, ਕਿੱਥੇ ਆਈ ਗੱਲ, ਮੈਂ ਕਿਹੜੀ ਗੱਲ ਕਰਾਂ ਹੁਣ, ਮੈਂ 10 ਮਿੰਟਾਂ 'ਚ ਮੈਂ ਕਿੰਨ ਦੱਸ ਸਕਦਾ ਹੈ, ਤੇ ਬੜਾ ਮੁਸ਼ਕਿਲ ਹੈ ਜੀ। ਮੁਸ਼ਕਿਲ ਤੇ ਹੈ, ਪਰ ਇਸ ਸਪੀਕਰ ਦੀ ਤੀਸਰੀ ਕੁਆਲਿਟੀ ਬਹੁਤ ਇੰਪੋਰਟੈਂਟ ਹੈ, ਜਿਹੜੀ ਔਖੀ ਹੈ ਮਿਲਣੀ, ਇੰਨਾ ਈਜ਼ੀ ਨਹੀਂ ਹੈ ਕਰਨਾ। ਵਿਆਸ ਵਾਲੀ ਕੁਆਲਿਟੀ ਫਿਰ ਵੀ ਈਜ਼ੀ ਹੈ ਕਿਉਂਕਿ ਉਹਦੇ 'ਚ ਪੜ੍ਹਨਾ ਜ਼ਿਆਦਾ ਹੈ, ਉਹਦੇ ਵਿੱਚ ਮਿਹਨਤ ਹੈ, ਪਰ ਸਮਾਸ ਵਾਲੀ ਜਿਹੜੀ ਕੁਆਲਿਟੀ ਜਿਹੜੀ ਹੈ ਉਹ ਔਖੀ ਹੈ ਮਿਲਣੀ। ਉਹਦੇ ਵਿੱਚ ਤੁਹਾਨੂੰ ਓਵਰਆਲ ਤੁਹਾਨੂੰ ਬਿਲਕੁਲ ਕਲੈਰਿਟੀ ਹੋਣੀ ਚਾਹੀਦੀ ਹੈ ਥਾਟ ਪ੍ਰੋਸੈਸ ਦੀ, ਜੇ ਤੁਸੀਂ ਵਿਆਸ ਵਾਲੀ ਕੁਆਲਿਟੀ ਲੈਣਾ ਚਾਹੁੰਦੇ ਹੋ। Any questions on these 3 qualities though? Let me know. I'll stop for a second if somebody has a question. Otherwise, I'll continue with at least a few more before we stop though. So ਚੌਥੀ ਜਿਹੜੀ ਕੁਆਲਿਟੀ ਹੈ, and it's amazing though कि ਕੁਆਲਿਟੀਆਂ ਇਹ ਕਿਤਾਬ ਤੁਸੀਂ ਸੋਚ ਲਓ ਕਿ ਅਗਰ 1800 ਵੀ ਲਿਖੀ ਗਈ, 1790s 80s ਦੀ ਪਬਲਿਕੇਸ਼ਨ ਹੋਵੇ ਤੇ ਹੁਣ 2022 ਹੈ, ਸੋ 250 ਸਾਲ 200 ਸਾਲ 250 ਸਾਲ ਪੁਰਾਣੀ ਮਤਲਬ ਕਿ ਹੈ ਨੇ ਲਿਖੀਆਂ ਹੋਈਆਂ। ਤੇ ਕਥਾ ਗੁਰੂ ਹਰਗੋਬਿੰਦ ਮਹਾਰਾਜ ਦੀ ਹੈ, ਉਸ ਤੋਂ ਕੋਈ 100-150 ਸਾਲ ਪਹਿਲੇ ਦੀ ਹੈ ਕਥਾ। ਸੋ ਟੋਟਲ ਟਾਈਮ ਸਪੈਨ 400 ਸਾਲ 350 ਸਾਲ ਸਮਥਿੰਗ ਲਾਈਕ ਦੈਟ ਹੋਏਗਾ। ਦੇਖੋ ਉਸ ਵੇਲੇ ਵੀ ਲੋਕ ਮਤਲਬ ਕਿ ਉਸ ਵੇਲੇ ਮਹਾਰਾਜ ਜਾਣੂ ਸਨ, ਆਪ ਤੇ ਖੈਰ ਪ੍ਰਮਾਤਮ ਰੂਪ ਸਨ, ਲੇਕਿਨ ਫਿਰ ਵੀ ਬੋਲਣ ਦੇ ਵਿੱਚ ਕਿਤਨੀ ਰੁਚੀ ਹੋਰ ਕਿਤਨੀ ਡੈਪਥ ਸੀ ਸਮਝਣ ਵਿੱਚ ਤੇ ਬੋਲਣ ਵਿੱਚ। ਤੇ ਚੌਥੀ ਕੁਆਲਿਟੀ ਹੈ ਪ੍ਰਿਯ ਕਥਾ ਪ੍ਰਸਤਾਵ ਹੋਵੇ, ਮਤਲਬ ਮੋਨੋਟਨਸ ਨਾ ਹੋਵੇ ਬਿਲਕੁਲ ਬੋਲਣ ਵਿੱਚ। ਮੋਨੋਟਨੀ ਬਹੁਤ ਵੱਡਾ ਅਵਗੁਣ ਹੈ ਬੋਲਣ ਵਾਲੇ ਵਿੱਚ। ਜੇ ਮੋਨੋਟਨਸ ਹੋਏਗਾ, ਦਿਲ ਲੁਭਾਉਣ ਵਾਲੀ ਕਥਾ ਨਹੀਂ ਹੋਏਗੀ। ਜੇ ਤੁਹਾਨੂੰ ਦਿਲ ਨੂੰ, ਜੇ ਆਵਾਜ਼ ਮੈਂ ਧੀਮੀ ਕਰ ਲਵਾਂ ਆਪਣੀ, ਹੈ ਇੱਕੋ ਹੀ ਸੁਰ ਚ ਬੋਲਦਾ ਜਾਵਾਂ ਲਗਾਤਾਰ, ਜਾਂ ਕੋਈ ਕਿਤਾਬ ਪੜ੍ਹਦਾ ਪਿਆ ਹੈ ਜੀ, ਤੇ ਬਿਲਕੁਲ ਹੀ ਮੋਨੋਟਨਸ ਹੋਵੇ ਸਾਰਾ ਕੁਝ, ਹਾਂਜੀ, ਬਿਲਕੁਲ ਲੱਗੇ ਹੀ ਨਾ ਕਿ ਕੁਝ ਯਾਰ ਨਾ ਉੱਚੀ ਆਵਾਜ਼ ਕਰਦਾ ਹੈ, ਨਾ ਆਪ ਇੰਪ੍ਰੈਸ ਹੁੰਦਾ ਹੈ, ਨਾ ਆਪ ਕਿਧਰੇ ਥੱਲੇ ਜਾਂਦਾ ਹੈ, ਨਾ ਆਪ ਕਿਧਰੇ ਕੁਝ ਉੱਚਾ ਬੋਲਦਾ ਹੈ, ਨਾ ਆਪ ਹੀ ਇੰਟਰਸਟ ਨਹੀਂ ਦਿਖਾਉਂਦਾ। ਇਤਨਾ ਮੋਨੋਟਨਸ ਔਰ ਇਤਨਾ ਡਿਸਇੰਟਰਸਟਡ ਅਗਰ ਆਪ ਹੋਵੇ, ਤੇ monotony creates the feeling of, then ਤੁਹਾਡੇ ਕੰਨ ਜਿਹੜੇ ਹਨ ਉਸ ਤੋਂ ਹਟ ਜਾਂਦੇ ਨੇ, ਕਿਧਰੇ ਹੋਰ ਦਿਮਾਗ ਟੁੰਡਣਾ ਸ਼ੁਰੂ ਕਰ ਦਿੰਦਾ ਫਿਰ ਦੁਬਾਰਾ। ਸੋ ਬੋਲਣ ਵਾਲਾ ਚ monotony ਨਾ ਹੋਵੇ, monotonous ਨਾ ਹੋਵੇ, ਮੋਨੋਟੋਨ ਚ ਨਾ ਬੋਲਦਾ ਹੋਵੇ। ਇਹ ਬੋਲਣ ਵਾਲੇ ਵਿੱਚ ਚੌਥਾ ਬੜਾ ਇੰਪੋਰਟੈਂਟ ਗੁਣ ਹੈ। ਸੋ ਮੈਂ ਰਿਵਾਈਜ਼ ਕਰਦੇ ਦੁਬਾਰਾ, ਪਹਿਲੇ ਵਾਗਮੀ ਹੋਵੇ, ਰਸੀਲਾ ਹੋਵੇ, ਪਿਆਰ ਵਾਲਾ ਹੋਵੇ, ਬੋਲਣ ਵਿੱਚ ਸੁਰ ਵਿੱਚ ਰਸ ਹੋਵੇ, ਬੋਲਣ ਵਿੱਚ ਉਹਦੇ। ਫਿਰ ਵਿਆਸ ਦੀ ਕੁਆਲਿਟੀ ਹੋਵੇ, ਇਨ ਡੈਪਥ ਨੌਲੇਜ ਹੋਵੇ ਉਸ ਬੰਦੇ ਨੂੰ, ਜਿਸ ਸਬਜੈਕਟ ਮੈਟਰ ਤੇ ਬੋਲਦਾ ਪਿਆ ਹੈ, ਜਿਹੜੇ ਹਰ ਚੀਜ਼ਾਂ ਪੜ੍ਹੀਆਂ ਹੋਣ ਜਿਹਦੇ ਉੱਤੇ ਉਸਨੇ ਬੋਲਣਾ ਹੈ, ਹਰ ਚੀਜ਼ ਦੇ ਉੱਤੇ ਉਹਦੀ ਪੂਰੀ ਨੌਲੇਜ ਹੋਵੇ। ਇਤਨੀ ਨੌਲੇਜ ਹੋਵੇ ਕਿ ਨੰਬਰ 3 ਕੁਆਲਿਟੀ ਸਮਾਸ, ਜੇ ਉਸਨੂੰ ਸਮਰਾਈਜ਼ ਕਰਨਾ ਪਵੇ ਕੁਝ ਮਿੰਟਾਂ ਵਿੱਚ ਤਾਂ ਕਰ ਸਕੇ ਉਹ, ਇਤਨੀ ਗਹਿਰੀ ਔਰ ਇੰਟ੍ਰਿੰਸਿਕ ਨੌਲੇਜ ਹੋਵੇ ਉਸਨੂੰ। ਤੇ ਚੌਥੀ ਕੁਆਲਿਟੀ ਜਿਹੜੀ ਮੈਂ ਹੁਣੇ ਦੱਸੀ ਹੈ, ਉਹ
ਪ੍ਰੀ ਕਥਾ ਪ੍ਰਸਤਾਵ ਹੋਵੇ, ਦਿਲ ਲੁਭਾਉਣ ਵਾਲਾ ਹੋਵੇ, ਮੋਨੋਟਨਸ ਬਿਲਕੁਲ ਨਾ ਹੋਵੇ। ਮੋਨੋਟਨੀ ਬਹੁਤ ਵੱਡਾ ਰੀਜ਼ਨ ਹੈ। ਜਿੱਥੇ ਵੀ ਕੋਈ ਮੋਨੋਟਨਸ ਸਪੀਕਰ, ਹੁਣ ਮੈਂ ਗੁਰਦੁਆਰੇ ਕਈ ਵਾਰੀ ਬੰਗਲਾ ਸਾਹਿਬ ਕਥਾ ਕਰਨ ਆਉਂਦੇ ਨੇ ਸਵੇਰੇ, ਕਈ ਵਾਰੀ ਸੁਣਦਾ, ਕਈ ਤੇ ਬਿਲਕੁਲ ਲੱਗਦਾ ਕਿ they just reading off something, they don't care, ਕੋਈ ਇਮੋਸ਼ਨ ਨਹੀਂ ਹੈ, ਬੋਲਣ ਕਿਤੇ ਰੁਕਦੇ ਵੀ ਨਹੀਂ, ਉਹ monotonously ਇੱਕੋ ਜਗ੍ਹਾ ਬੋਲਦੇ ਪਏ ਸਾਰਾ, ਉੱਥੇ ਫਿਰ ਤੁਹਾਡਾ ਧਿਆਨ 5-10 ਮਿੰਟਾਂ 'ਚ ਰਹੇਗਾ। ਕਈ ਬਾਣੀ ਵੀ monotonously ਪੜ੍ਹਦੇ ਨੇ। ਕਈ ਵਾਰੀ ਮੈਂ ਅਖੰਡ ਪਾਠ ਦੀ ਸੇਵਾ ਆਪ ਹੀ ਕੀਤੀ ਹੋਈ, ਕਈ ਵਾਰੀ ਸੁਣੇ ਲੋਕਾਂ ਨੂੰ ਜਾਣਦਾ ਹੁੰਦਾ, ਗੁਰਬਾਣੀ ਇਸ ਤਰ੍ਹਾਂ ਪੜ੍ਹਦੇ ਨੇ ਜਿਸ ਤਰ੍ਹਾਂ ਕੋਈ I don't know, they are reading some boring book or something, that's how they read ਗੁਰਬਾਣੀ। and ਇੱਕਦਮ monotonous, ਮਤਲਬ ਕੋਈ ਹੈ ਹੀ ਨਹੀਂ ਪਿਆਰ ਬੋਲਣ ਵਿੱਚ, ਕਿਧਰੇ ਕੋਈ, ਕਿਧਰੇ pauses ਹੀ ਨਹੀਂ ਹਨ, ਕਿਧਰੇ ਪ੍ਰੋਪਰ ਛੰਦ ਬੰਦੀ ਦਾ ਪਤਾ ਨਹੀਂ ਜਿਸ ਨੂੰ ਉੱਥੇ। ਤੇ ਇਹੋ ਜਿਹੇ ਸਪੀਕਰ ਜਿਹੜੇ ਹਨ, ਉਹ ਬਕਤੇ ਦੇ ਉੱਤੇ, ਉਹ ਲਿਸਨਰ ਦੇ ਉੱਤੇ ਉਹ ਇੰਪ੍ਰੈਸ ਨਹੀਂ ਕਰ ਸਕਦੇ, ਉਸਨੂੰ ਬੜਾ ਮੁਸ਼ਕਿਲ ਹੈ ਉਹਦੇ ਵਾਸਤੇ ਕਰਨਾ। ਤੇ ਪੰਜਵੀਂ ਕੁਆਲਿਟੀ ਬੜੀ ਆਬਵੀਅਸ ਹੈ, ਔਰ ਬੋਲੇ ਬਗੈਰ ਹੀ ਹਰ ਬੰਦਾ ਸਮਝ ਜਾਏ, ਪਰ ਸੂਰਜ ਪ੍ਰਕਾਸ਼ ਵਿੱਚ ਇਹਦੇ ਉੱਤੇ ਪੂਰਾ ਦੋਹਰਾ ਆਇਆ ਹੈ। ਸਪਸ਼ਟ ਵਾਕ ਹੋਵੇ, ਕਲੀਅਰ, ਉਹਦੀ ਕਲੀਅਰ ਸਪੀਚ ਹੋਵੇ, ਸਪੀਚ ਵਿੱਚ ਬਿਲਕੁਲ ਕਲੈਰਿਟੀ ਨਾ ਹੋਵੇ, ਕਿਧਰੇ ਮੰਬਲ ਨਾ ਕਰਦਾ ਹੋਵੇ ਵਿਚਕਾਰ। ਇਹ ਨਾ ਹੋਵੇ ਕਿ ਆਪੇ ਹੀ ਉਹਦਾ ਉਚਾਰਨ ਠੀਕ ਨਾ ਹੋਵੇ, ਉਹਦਾ ਆਪੇ ਹੀ ਕਲੀਅਰ ਨਾ ਹੋਵੇ ਬੋਲਣ ਵਿੱਚ, ਮੰਬਲ ਨਾ ਕਰਦਾ ਹੋਵੇ ਵਿਚਕਾਰ, ਅੱਧਾ ਬੋਲ ਗਿਆ, ਅੱਧਾ ਮੰਬਲ ਕਰ ਗਿਆ, ਅੱਧਾ ਸਮਝ ਲਓ ਤੁਸੀਂ ਆਪ, ਉਹ ਜਾਂ ਨਾ ਹੋਵੇ। ਉਹਦੇ ਵਾਕ ਕਲੀਅਰ ਹੋਵਣ ਬਿਲਕੁਲ, ਹਾਂਜੀ, ਬਿਲਕੁਲ ਸਪਸ਼ਟ ਹੋਵੇ ਵਾਕ ਉਹਦਾ, ਬੋਲ ਗ੍ਰਾਮਰ ਠੀਕ ਹੋਵੇ, ਉਹਦਾ ਬੋਲਣ 'ਚ ਪਤਾ ਹੋਵੇ ਕੀ ਬੋਲ ਰਿਹਾ, ਲੈਂਗੁਏਜ ਦਾ ਇਸਤੇਮਾਲ ਠੀਕ ਤਰ੍ਹਾਂ ਕਰੇ, ਕਲੀਅਰ ਹੋਵੇ ਬਿਲਕੁਲ ਬੋਲਣ ਵਿੱਚ। ਕਿਧਰੇ ਕੋਈ ਇਹੋ ਜਿਹੀ ਗੱਲ ਨਾ ਹੋਵੇ ਕਿ ਅੱਧੀ ਗੱਲ ਸਮਝ ਨਹੀਂ ਆਈ ਉਹਦੀ, ਮੰਬਲ ਕਰ ਗਿਆ, ਜਾਂ ਅੱਧੀ ਗੱਲ ਮੂੰਹ 'ਚ ਰਹਿ ਗਈ ਉਹਦੇ, ਪੂਰਾ ਸੈਂਟੈਂਸ ਖਤਮ ਨਹੀਂ ਕੀਤਾ, ਜਲਦੀ ਮਾਰਨਾ ਨਾ ਹੋਵੇ, ਕਿਤੇ ਸਪਸ਼ਟ ਵਾਕ ਵਾਲਾ ਹੋਵੇ। ਤੇ ਹੁਣ ਜਿਹੜੇ ਅਗਲੇ ਗੁਣ ਜਿਹੜੇ ਆਣਗੇ, ਉਹ ਔਖੇ ਹਨ ਕਈ ਗੁਣ ਮਿਲਣੇ ਉਹਨਾਂ ਚੋਂ। ਇਹ ਕੋਈ ਪ੍ਰਭੂ ਦੀ ਕਿਰਪਾ ਹੋਵੇ, ਪ੍ਰਮਾਤਮਾ ਦੀ ਕਿਰਪਾ ਹੋਵੇ। 6ਵਾਂ ਗੁਣ ਜਿਹੜਾ ਆਇਆ ਹੈ, ਜਿਹੜਾ ਸੂਰਜ ਪ੍ਰਕਾਸ਼ ਵਿੱਚ, ਉਹ ਹੈ ਸੰਦੇਹ ਛਿਦਰ ਹੋਵੇ, ਭਾਵ ਬੋਲਣ ਤੋਂ ਬਾਅਦ ਆਡੀਅנਸਸ ਦੇ ਡਾਊਟ ਜਿਹੜੇ ਹਨ ਉਹ ਮਿਟ ਜਾਣ, ਡਾਊਟ ਵਧਾਏ ਨਾ, ਸੰਦੇਹ ਨਾ ਪੈਦਾ ਕਰੇ, ਹੋਰ ਸੰਦੇਹ ਖਤਮ ਕਰ ਦੇ। ਜੇ ਨਾਮ ਬਾਰੇ ਬੋਲਦਾ ਪਿਆ ਹੈ, ਜੇ ਨਾਮ ਬਾਰੇ ਬੋਲ ਰਿਹਾ ਹੈ, ਤੇ ਫਿਰ ਉਸ ਤੋਂ ਬੋਲਣ ਤੋਂ ਬਾਅਦ ਸੁਣਨ ਵਾਲੇ ਵਿੱਚ ਗਦਗਦ ਹੋ ਜਾਵੇ, ਨਾਮ ਬਾਰੇ ਸੁਣ ਕੇ ਉਸਨੂੰ ਕਲੈਰਿਟੀ ਹੋ ਜਾਵੇ, ਉਹਦੇ ਧੁੰਦਲਾਪਨ ਚਲਾ ਜਾਵੇ, ਉਹਦਾ ਧੁੰਦਲਾਪਨ ਵਧਾਏ ਨਾ ਹੋ। ਇਹ ਨਾ ਹੋਵੇ ਕਿ ਇੰਨੀਆਂ ਕੰਪਲੈਕਸ ਗੱਲਾਂ ਕਰ ਜਾਵੇ ਕਿ ਆਪ ਹੀ ਕਲੈਰਿਟੀ ਨਾ ਹੋਵੇ ਉਹਨਾਂ ਗੱਲਾਂ ਦੀ ਜਾਂ ਉਹਨੇ ਰੈਫਰੈਂਸਸ ਦੀ, ਤੇ ਜੇ ਸੁਣਨ ਵਾਲੇ ਵਿੱਚ ਇਨਸਟੈਡ ਆਫ ਉਹਨਾਂ ਦੀਆਂ ਡਾਊਟਸ ਕਲੀਅਰ ਕਰਨ ਦੇ ਬਜਾਏ ਉਹਨਾਂ ਦੇ ਹੋਰ ਡਾਊਟਸ ਹੋਰ ਉੱਤੇ ਵੱਧ ਜਾਣ। ਹਾਂਜੀ, ਇਹ ਨਾ ਹੋਵੇ ਬੋਲਣ, ਉਹ ਪਤਾ ਨਹੀਂ ਸੂਰਜ ਪ੍ਰਕਾਸ਼ ਠੀਕ ਹੈ ਵੀ ਨਹੀਂ ਠੀਕ, ਇਹ ਬਾਣੀ ਠੀਕ ਹੈ ਕਿ ਨਹੀਂ ਠੀਕ, ਇਹ ਬਾਣੀ ਉਹਨੇ ਲਿਖੀ ਹੈ ਕਿ ਨਹੀਂ ਲਿਖੀ, ਇਹ ਸ਼ਾਇਦ ਇਹ ਮਤਲਬ ਹੋਣ ਹੀ ਨਾ ਇਸਦੇ, ਇਹ ਸ਼ਾਇਦ ਹੋਏ ਹੀ ਨਾ ਗੱਲ, ਹੋਏ ਕਦੀ ਕਦੀ ਹੋਏ ਹੀ ਨਾ ਗੱਲ ਕਦੀ ਇਹ ਵਾਲੀ। ਸੋ ਇਹ ਬੜਾ ਕ੍ਰਿਟੀਕਲ ਹੈ ਕਿ ਸੰਦੇਹ ਜਾਂ ਜਿਹੜੇ ਅੰਦਰ ਜਿਹੜੀਆਂ ਚੀਜ਼ਾਂ ਜਿਹੜੀਆਂ ਚਲਦੀਆਂ, ਜਿਹੜੀਆਂ ਸ਼ੰਕਾ ਜਿਹੜੀਆਂ ਚਲਦੀਆਂ ਹਨ, ਉਹ ਸ਼ੰਕਾ ਦੂਰ ਕਰਨ ਵਾਲਾ ਹੋਵੇ, ਸ਼ੰਕਾ ਮਿਟਾਉਣ ਵਾਲਾ ਹੋਵੇ, ਸ਼ੰਕਾ ਕ੍ਰੀਏਟ ਕਰਨ ਵਾਲਾ ਨਾ ਹੋਵੇ, ਹੋਰ ਡਾਊਟਸ ਨਾ ਪਾਏ ਮਨ ਵਿੱਚ, ਡਾਊਟਸ ਕਲੀਅਰ ਕਰੇ ਸਾਰੇ। ਔਰ ਜਦੋਂ ਉਹਦਾ ਬੋਲਣਾ ਖਤਮ ਹੋਵੇ ਤੇ ਤੁਹਾਡੇ ਮਾਈਂਡ ਵਿੱਚ ਬਿਲਕੁਲ ਕਲੈਰਿਟੀ ਨਾਲ ਹਰ ਚੀਜ਼ ਸਮਝ ਆ ਜਾਏ ਤੁਹਾਨੂੰ ਵੀ ਇਹ ਚੀਜ਼ ਹੈ। ਚਾਹੇ ਉਹਦੇ ਵਾਸਤੇ ਉਹਨੂੰ ਡਾਇਗਰਾਮ ਬਣਾਉਣੀ ਪਵੇ, ਉਹਦੇ ਵਾਸਤੇ ਕੋਈ ਪਿਕਚਰ ਬਣਾਉਣੀ ਪਵੇ, ਉਹਦੇ ਵਾਸਤੇ ਕੋਈ ਨੋਟ ਸ਼ੇਅਰ ਕਰਨੇ ਪੈਣ, ਕੁਝ ਵੀ ਕਰਨਾ ਪਵੇ ਉਹਦੇ ਵਿੱਚ, ਲੇਕਿਨ ਆਪ, ਔਰ ਇਹ ਕੌਣ ਕਰ ਸਕਦਾ ਹੈ? ਇਹ ਉਹ ਕਰ ਸਕਦਾ ਹੈ ਜਿਹਦੇ ਪਹਿਲੇ ਆਪ ਕਲੈਰਿਟੀ ਹੋਵੇ ਥਾਟ ਪ੍ਰੋਸੈਸ ਦੀ, ਕਿ ਆਪ ਪਤਾ ਹੋਵੇ ਵੀ ਤੇ ਸਿਹਾਰੀ ਕਿਉਂ ਲੱਗੀ ਹੋਈ ਹੈ, ਇਹ ਪੁਲਿੰਗ ਨਾਉਨ ਕਿਉਂ ਹੈ, ਇਹ ਮਹਾਰਾਜ ਇੱਥੇ ਕੀ ਗੱਲ ਕਰਦੇ ਪਏ ਨੇ, ਇਹ ਪਹਿਲੇ ਕਿਉਂ ਗੱਲ ਕੀਤੇ, ਇਹ ਗੱਲ ਰਾਗ ਗੁਜਰੀ ਚ ਕਿਉਂ ਆਈ ਹੈ, ਹੈਨਾ, ਬਿਲਾਵਲ ਚ ਕਿਉਂ ਨਹੀਂ ਸੂਟ ਕੀਤੀ ਇਹ ਵਾਲੀ, ਰਾਗਾਂ ਦੇ ਨਾਲ ਕੀ ਸੰਬੰਧ ਹੈ ਇਸ ਗੱਲ ਦਾ, ਕਿ ਕਿਹੜੀ ਗੱਲ ਕਰਦੇ ਪਏ ਨੇ ਇੱਥੇ, ਇਹਦੀ ਗੱਲ ਕਰਨ ਦੇ ਪਿੱਛੇ ਹੈ ਕਿ ਆਪ ਜੇ ਪਤਾ ਹੋਵੇਗਾ ਤਾਂ ਦੂਸਰਿਆਂ ਨੂੰ ਉਹ ਸੰਦੇਹ ਦੂਰ ਕਰ ਸਕਦਾ ਹੈ ਉਸਦੇ। ਸੋ ਸੰਦੇਹ ਛਿਦਰ ਵਾਲਾ ਹੋਵੇ, ਇਹ 6th ਕੁਆਲਿਟੀ ਮੈਂ ਜਿਹੜੀ ਦੱਸੀ ਹੈ। ਸੋ ਮੈਂ ਰਿਪੀਟ ਕਰਦੀ ਹਾਂ ਪਹਿਲੀਆਂ 6। ਪਹਿਲਾ ਰਸੀਲਾ ਹੋਵੇ, ਵਿਆਸ ਨੇ ਵਿਸਥਾਰ ਨਾਲ ਗੱਲ ਕਰਨ ਵਾਲਾ ਹੋਵੇ, ਸਮਾਸ ਵਿੱਚ ਹੋਵੇ, ਸਮਰਾਈਜ਼ ਕਰ ਸਕੇ ਸਾਰਾ ਕੁਝ, ਮੋਨੋਟਨਸ ਨਾ ਹੋਵੇ, ਸਪੀਚ ਕਲੀਅਰ ਹੋਵੇ ਉਸਦੀ, ਤੇ ਡਾਊਟਸ ਦੂਰ ਕਰਨ ਵਾਲਾ ਹੋਵੇ। ਤੇ ਤੀਸਰਾ ਹੈ
ਅਸ਼ੇਕ ਸ਼ਾਸਤਰ ਖੁੱਲ ਆਇਨ ਵਰਡ ਮਤਲਬ ਕਿ ਦੂਸਰਿਆਂ ਦੇ ਧਰਮ ਦਾ ਜਾਣੂ ਹੋਵੇ। ਇਹ ਨਹੀਂ ਵੀ ਸਿਰਫ ਗੁਰਮਤ ਬਾਰੇ ਨੌਲੇਜ ਹੋਵੇ, ਕੁਰਾਨ ਵੀ ਪੜ੍ਹੀ ਹੋਵੇ ਉਸਨੇ, ਵੇਦ ਸ਼ਾਸਤਰ ਵੀ ਪੜ੍ਹੇ ਹੋਣ, ਬਾਈਬਲ ਵੀ ਪੜ੍ਹੀ ਹੋਵੇ, ਜੂਡਾਇਜ਼ਮ ਦੇ ਗ੍ਰੰਥ ਨਾਲ ਜਾਣੂ ਹੋਵੇ। ਉਹ ਇਹ ਨਹੀਂ ਵੀ ਉਤਨੀ ਡੈਪਥ ਵਿੱਚ ਪੜ੍ਹੀ ਹੋਵੇ, ਪਰ ਫਿਰ ਵੀ ਪਤਾ ਹੋਵੇ ਵੀ ਕੁਰਾਨ ਦਾ ਕੀ ਹੈ ਇਹਦੇ ਉੱਤੇ ਸਟੈਂਡ, ਇਹਦੇ ਉੱਤੇ ਖੁਦ ਨੌਲੇਜੇਬਲ ਹੋਵੇ, ਆਨ ਧਰਮਾਂ ਦੀ ਸੋਝੀ ਹੋਵੇ, ਉਸਨੂੰ ਥੋੜੀ ਬਹੁਤ ਪਤਾ ਹੋਵੇ ਸੁੰਨੀ ਤੇ ਸ਼ੀਆ 'ਚ ਕੀ ਫਰਕ ਹੈ, ਪਤਾ ਹੋਵੇ ਇਸਲਾਮ ਦੇ 5 ਪਿਲਰ ਕਿਹੜੇ ਹਨ, ਪਤਾ ਹੋਵੇ ਗੀਤਾ ਦੀ ਥਾਟ ਪ੍ਰੋਸੈਸ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਥਾਟ ਪ੍ਰੋਸੈਸ ਦਾ ਫਰਕ ਕੀ ਹੈ। ਉਹ ਕਰਮਾਂ ਤੇ ਨਿਰਧਾਰਿਤ ਹੈ, ਉੱਥੇ ਆਇਨ ਵਰਡ ਕਰਮਾਂ ਤੇ ਆਧਾਰਿਤ ਹੈ। ਕਰਮ ਕਰੋ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਕਰਮ ਕਰੀ ਜਾਓ। ਗੁਰਮਤ ਕਰਮਾਂ ਨੂੰ ਨਹੀਂ ਮੰਨਦੀ, ਗੁਰਮਤ ਵਿੱਚ ਬਖਸ਼ਿਸ਼ ਜ਼ਿਆਦਾ ਇੰਪੋਰਟੈਂਟ ਹੈ। ਉਹ ਕਹਿੰਦੇ ਜੇ ਬਖਸ਼ਿਸ਼ ਹੋਏਗੀ ਤੇ ਕਰਮ ਠੀਕ ਹੋਣਗੇ। ਸਾਡੀ ਥਾਟ ਪ੍ਰੋਸੈਸ ਥੋੜੀ ਜਿਹੀ ਅਲੱਗ, ਰਾਈਟ ਔਰ ਰੋਂਗ ਦੀ ਗੱਲ ਨਹੀਂ ਕਰ ਰਿਹਾ, ਪਲੀਜ਼ ਡੋਂਟ ਮੈਨੂੰ ਜਜਮੈਂਟਲ ਨਾ ਬਣਾਉਣਾ ਕਿਸੇ ਚੀਜ਼ ਦੇ ਉੱਤੇ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਕਿ ਜਦੋਂ ਕੋਈ ਵਕਤਾ ਬੋਲਦਾ ਹੈ ਤੇ ਉਸ ਨੂੰ ਆਨ ਧਰਮਾਂ ਦੀ, ਆਨ ਧਰਮ ਗ੍ਰੰਥਾਂ ਦੀ ਨੌਲੇਜ ਹੋਣੀ ਅਨਿਵਾਰਿਆ ਹੈ, ਬਹੁਤ ਇੰਪੋਰਟੈਂਟ ਹੈ ਉਹਦੇ ਵਾਸਤੇ। ਉਹਨੂੰ ਪਤਾ ਹੋਣਾ ਚਾਹੀਦਾ ਦੂਸਰੇ ਕੀ ਕਹਿ ਰਹੇ ਨੇ, ਦੂਸਰੇ ਕੀ ਕਹਿੰਦੇ ਨੇ ਕਿ ਅਸੀਂ ਕੀ ਕਹਿੰਦੇ ਹਾਂ, ਯੋਗੀਆਂ ਦੇ ਇਸ ਬਾਰੇ ਕੀ ਖਿਆਲ ਹੈ, ਵਿਦਾਂਤਿਕ ਥਾਟ ਪ੍ਰੋਸੈਸ ਕੀ ਹੈ ਇਹਦੇ ਉੱਤੇ। ਤੁਸੀਂ ਦੇਖੋਗੇ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਦੋਨਾਂ ਵਿੱਚ ਸੰਥਿਆ ਵਿੱਚ ਵੀ ਉਹਨਾਂ ਨੇ ਬੜੀ ਵਾਰੀ ਵਿਦਾਂਤਿਕ ਥਾਟ ਪ੍ਰੋਸੈਸ ਨੂੰ ਸਮਝਾਇਆ ਹੈ। ਕਿਸੇ ਦੇ ਥਰੂ ਸਮਝਾਣਗੇ, ਕੋਈ ਪੰਡਿਤ ਹੈ ਉਹਦੇ ਨਾਲ ਗੱਲ ਹੁੰਦੀ ਪਈ ਗੁਰੂ ਮਹਾਰਾਜ ਨਾਲ, ਤੇ ਉਹ ਪੰਡਿਤ ਦੇ ਮੂੰਹੋਂ ਫਿਰ ਉਹ ਸਾਰੀ ਗੱਲ ਵਿਦਾਂਤਿਕ ਥਾਟ ਪ੍ਰੋਸੈਸ ਸਮਝਾਣਗੇ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਵਿਦਾਂਤਿਕ ਥਾਟ ਪ੍ਰੋਸੈਸ ਕੀ ਹੈ। ਫਿਰ ਕੋਈ ਗੁਰਸਿੱਖ ਬੈਠਾ ਹੋਏਗਾ ਨਾਲ, ਇਹ ਬੜਾ ਕਾਮਨ ਵੇ ਆਫ ਐਕਸਪਲੇਨਿੰਗ ਹੈ। ਤਾਂ ਗੁਰਸਿੱਖ ਦੇ ਮੂੰਹੋਂ ਫਿਰ ਗੁਰਮਤ ਦਾ ਸਿਧਾਂਤ ਸਮਝਾਣਗੇ, ਗੁਰਮਤ ਕਿਹਦੇ ਉੱਤੇ ਸਟੈਂਡ ਕਰਦੀ ਹੈ, ਗੁਰਮਤ ਕੀ ਹੈ, ਗੁਰਮਤ ਕੀ ਹੈ ਤੇ ਵਿਦਾਂਤਿਕ ਥਾਟ ਪ੍ਰੋਸੈਸ ਕੀ ਹੈ, ਗੁਰਮਤ ਕੀ ਹੈ ਤੇ ਇਸਲਾਮਿਕ ਥਾਟ ਪ੍ਰੋਸੈਸ ਕੀ ਹੈ। ਔਰ ਜਿੱਥੇ ਜਿੱਥੇ ਸਿਮਿਲੈਰਿਟੀਜ਼ ਹਨ ਉਹ ਪੁਆਇੰਟ ਕਰ ਸਕੇ ਵੀ ਇੱਥੇ ਇੱਥੇ ਸਿਮਿਲੈਰਿਟੀਜ਼ ਹੈ ਨਾ। ਸੋ ਵਨ ਗॉड ਦਾ ਕਨਸੈਪਟ ਜਿਹੜਾ ਇਸਲਾਮ ਵਿੱਚ ਹੈ, ਜਿਹੜਾ ਉਹ ਬੜਾ ਸਿਮਿਲਰ ਹੈ ਸਾਡੇ ਨਾਲ, ਐਕਚੁਅਲੀ ਆਲਮੋਸਟ ਸੇਮ ਹੀ ਹੈ ਸਾਰਾ, ਪਰ ਕਿਧਰੇ ਕਿਧਰੇ ਫਰਕ ਵੀ ਹਨ ਬੜੇ, ਕਿਧਰੇ ਡਿਫਰੈਂਸਸ ਵੀ ਹਨ ਬੜੇ, ਹਾਂਜੀ। ਸੋ ਇਸ ਬਾਰੇ ਜਾਣੂ ਹੋਵੇ, ਇਸ ਬਾਰੇ ਉਸਨੂੰ ਪਤਾ ਹੋਵੇ ਬੋਲਣ ਵਾਲੇ ਨੂੰ ਕਿ ਨਖਿਆਤ ਵਿਪੇਕ੍ਰਿਤ ਆਏ ਹਨ ਸੰਸਕ੍ਰਿਤ ਦੇ ਵਰਡ। 8ਵੀਂ ਕੁਆਲਿਟੀ ਹੈ ਕਿ ਆਪਣੀ ਗੱਲ ਨੂੰ ਐਗਜ਼ਾਮਪਲ ਦੇ ਨਾਲ ਸਮਝਾ ਸਕੇ। ਇਹ ਨਹੀਂ ਵੀ ਖਾਲੀ ਫਿਲਾਸਫੀ ਆਉਂਦੀ ਹੋਵੇ, ਜੇ ਸਿੱਖ ਇਤਿਹਾਸ ਵਿੱਚ ਕੋਈ ਐਗਜ਼ਾਮਪਲ ਦੇ ਕੇ ਉਸ ਫਿਲਾਸਫੀ ਦੀ ਐਗਜ਼ਾਮਪਲ ਦੇਣਾ ਚਾਹਵੇ ਕੋਈ, ਤੇ ਦੇ ਸਕੇ ਐਗਜ਼ਾਮਪਲ, ਉਹ ਮਾਰੇ ਗੁਰਮਤ ਹਿਸਟਰੀ ਦੇ ਵਿੱਚੋਂ ਐਗਜ਼ਾਮਪਲ ਦੇ ਸਕੇ। ਤੇ ਜੇ ਮੈਂ ਗੱਲ ਕਵਾਂ ਕਿ ਗੁਰਸਿੱਖ ਜਿਹੜਾ ਹੈ ਉਹ ਇੱਕ ਦੂਸਰੇ ਨੂੰ ਅੱਛੀ ਤਰ੍ਹਾਂ ਟ੍ਰੀਟ ਕਰੇ, ਆਮ ਦੂਸਰੇ ਹਰ ਇੱਕ ਵਿੱਚੋਂ ਪ੍ਰਮਾਤਮਾ ਦਾ ਰੂਪ ਦੇਖੇ, ਇਹ ਮੈਂ ਗੱਲ ਬਾਰ-ਬਾਰ ਕਹੀ ਜਾਵਾਂ, ਪਰ ਇਹ ਕਹਿਣ ਦਾ ਤਾਂ ਫਾਇਦਾ ਹੈ ਜੇ ਕੋਈ ਰੀਅਲ ਐਗਜ਼ਾਮਪਲ ਦੇ ਸਕੇ ਗੁਰਬਾਣੀ ਤੋਂ, ਰੀਅਲ ਪਰਸਨ ਦੀ ਐਗਜ਼ਾਮਪਲ ਨਾਲ ਦੇ ਸਕੇ, ਸਮਝਾ ਸਕੇ। ਨਹੀਂ, ਇਹ ਗੁਣ ਸਿਰਫ ਲਿਖੇ ਨਹੀਂ ਹੋਏ, ਮਹਾਰਾਜ ਨੇ ਕਰਕੇ ਦਿਖਾਏ ਹਨ। ਦੇਖੋ ਭਾਈ ਕਨਈਆ ਦੀ ਐਗਜ਼ਾਮਪਲ ਦੇਖੋ, ਉਹਨਾਂ ਨੂੰ ਨਜ਼ਰ ਨਹੀਂ ਆਇਆ, ਉਹਨਾਂ ਨੂੰ ਪ੍ਰਮਾਤਮਾ ਹਰ ਜਗ੍ਹਾ ਨਜ਼ਰ ਆਇਆ, ਮੈਦਾਨੇ ਜੰਗ ਵਿੱਚ ਵੀ ਨਜ਼ਰ ਆਇਆ ਉਹਨਾਂ ਨੂੰ। ਉਸਨੂੰ ਪ੍ਰੈਕਟੀਕਲ ਜਿਹੜੀ ਗੱਲ ਉਹ ਕਰਦਾ ਪਿਆ ਹੈ ਜਾਂ ਜਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈ, ਉਸ ਗੱਲ ਦੇ ਵਿੱਚੋਂ ਉਹ ਪ੍ਰੈਕਟੀਕਲ ਐਗਜ਼ਾਮਪਲ ਦੇ ਸਕੇ, ਉਹ ਦੱਸ ਸਕੇ ਲੋਕਾਂ ਨੂੰ ਵੀ ਹਾਂ ਇਹ ਦੇਖੋ ਇਹ ਲੋਕ ਹੋਏ ਹਨ ਪਹਿਲੇ ਇਹੋ ਜਿਹੇ, ਦੇਖੋ ਇਹ ਗੱਲ ਹੋਈ ਹੈ, ਇਹ ਗੁਰਮਤਿ ਚ ਇਹ ਨੌਲੇਜ ਹੈ, ਦੇਖੋ ਇਹ ਕੌਣ ਹਨ ਭਾਈ ਗੁਰਬਖਸ਼ ਸਿੰਘ ਜੀ, ਦੇਖੋ ਕੌਣ ਹਨ ਭਾਈ ਨੰਦ ਲਾਲ ਦੀ ਲਾਈਫ ਚੋਂ ਐਗਜ਼ਾਮਪਲ ਦਵੇ। ਉਹ ਬਾਬਾ ਬੁੱਢਾ ਜੀ ਕੌਣ ਹਨ, ਬਾਬਾ ਬੁੱਢਾ ਜੀ ਦੀ ਐਗਜ਼ਾਮਪਲ ਦਵੇ। ਦੇਖੋ ਗੁਰੂ ਹਰਗੋਬਿੰਦ ਮਹਾਰਾਜ ਇਤਨੇ ਨਿਮਰਤਾ ਚ ਆਪ ਪ੍ਰਮਾਤਮ ਰੂਪ ਹਨ, ਲੇਕਿਨ ਉਹਨਾਂ ਦੀ ਇਤਨੀ ਇੱਜ਼ਤ ਸੀ ਕਿ ਉਹਨਾਂ ਅੱਗੇ ਸੰਤਾਂ ਅੱਗੇ ਬੇਨਤੀ ਕਰਦੇ ਹਨ, ਗੁਰੂ ਨਾਨਕ ਸਾਹਿਬ ਬਾਰੇ ਦੱਸੋ ਤੁਸੀਂ ਮੈਨੂੰ, ਹੱਥ ਜੋੜ ਕੇ। ਤੇ ਨਿਮਰਤਾ ਦੀ ਕੀ ਐਗਜ਼ਾਮਪਲ ਹੈ, ਨਿਮਰਤਾ ਦੀ ਕੀ ਕਸਵੱਟੀ ਹੈ, ਹਿਊਮਿਲਿਟੀ ਕੀ ਹੈ। ਸਿੱਖ ਇਤਿਹਾਸ ਵਿੱਚੋਂ ਨਿਮਰਤਾ ਦੀ ਐਗਜ਼ਾਮਪਲ ਦੇ ਕੇ ਸੰਗਤ ਸਾਹਮਣੇ ਰੱਖ ਸਕੇ, ਤਾਂ ਬੋਲਣ ਵਾਲੀ ਦੀ ਕੁਆਲਿਟੀ ਹੈ। ਇਹ ਕੁਆਲਿਟੀ ਜਿਹੜੀ ਹੈ ਨੰਬਰ 8 ਕੁਆਲਿਟੀ ਜਿਹੜੀ ਹੈ ਮੈਂ ਦੱਸੀ ਤੁਹਾਨੂੰ ਮੈਂ ਸਾਰੀ ਗੱਲ। I know it's a lot of information. I'm going to stop here for a second and see if somebody has any questions or not. Gives me a voice rest also, you know. अगर कोई question होवे हुण तक दे, मैं दोबारा रिवाइज करांगा all 8 of them now in a second. But before I do that though, I hope people are impressed here कि कितनी in depth 400 ਸਾਲ ਪਹਿਲੇ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ, ਅੱਜ ਕੱਲ ਕਿਸੇ
मैं कहना लोग पैसे दे के शायद सुनन है गल्लां भी इस क्वालिटी ऑफ स्पीकर किहड़ियां चाहिदियां हैं people will probably it's like a TED talk ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਬੋਲ ਸਕਦਾ ਬੰਦਾ ਹੁਣ 400 ਸਾਲ ਬਾਅਦ ਜਿਹੜੀਆਂ ਗੁਰੂ ਹਰਗੋਬਿੰਦ ਮਹਾਰਾਜ ਨੇ ਉਸ ਵੇਲੇ ਜਿਹੜੀਆਂ ਗੱਲਾਂ ਕਹੀਆਂ ਹਨ ਜਿਹੜੀਆਂ ਇਹ ਗੱਲਾਂ ਔਰ ਇਹ ਸਪੀਕਰ ਦੀਆਂ ਕੁਆਲਿਟੀਆਂ ਜਿਹੜੀਆਂ ਹਨ ਜਿਹੜੀਆਂ ਹੁਣ ਤੱਕ ਉਤਨੀਆਂ ਹੀ ਰੈਲੇਵੈਂਟ ਹਨ ਜਿਤਨੀਆਂ 400 ਸਾਲ ਪਹਿਲੇ ਰੈਲੇਵੈਂਟ ਸਨ ਹਾਂਜੀ anybody has any questions if everybody can have their cameras on or most people it helps me a lot and I'm just looking at blank screens it's very hard to get emotional and get into the thing you know actually I'm waiting for the classes to start in the Gurdwara and hopefully another week or 2 or 3 you know it's easier to see faces you know and to relate to them rather than looking at a screen so people who have their cameras on thank you so much जिन्हें ने नहीं ऑन कीते हुए अगर ऑन करेंगे तो मैंने खुशी होगी बहुत so any questions so far okay that's good so मैं रिवाइज कर दिया पहलियां 8 रसीला होवे डिटेल ओरिएंटेड होवे पर समराइज करन दी समर्था भी होवे मोनोटोनस बिल्कुल ना होवे स्पीच विच क्लैरिटी होवे हर डाउट्स दूर करन वाला होवे डाउट क्रिएट ना करे डाउट क्रिएट करन वाला वक्ता नहीं होता है ना वो परमात्मा तो तोड़दे हैं डाउट क्रिएट करन वाले डाउट दूर करन वाला होवे जे कोई क्वेश्चन पूछे ते ओदे डाउट क्लियर कर सके हो और जे उसनु ओदा गल दा जवाब ना आंदा होवे ते ऑनेस्टली कह देवे उसनु कि मैनू नहीं आंदा जवाब मैं आई विल गेट बैक टू यू मैनू इस ਜਿਹੜਾ ਤੁਸੀਂ क्वेश्चन पूछा है मैनू ਇਹਦਾ जवाब नहीं आंदा आई एम sorry I do not know the answer to this question however I will read it up and get back to you next week on this one and मैं ਤੁਹਾਡੇ डाउट्स क्लियर करांगा गलत मलत ना कवे उसनु कुछ भी ਤੇ एग्जांपल देन ਚ ਹੁਸ਼ਿਆਰ ਹੋਵੇ एग्जांपल ਦੇ ਕੇ ਸਮਝਾਵੇ ਖਾਲੀ ਗੱਲਾਂ ਹੀ ਨਾ ਕਰੇ ਵੀ ਇਹ ਕਰੋ ਜੇ ਨਿਮਰਤਾ ਬਾਰੇ ਬੋਲ ਰਿਹਾ ਹੈ ਜੇ परमात्मा दे प्यार बारे बोल रहा है ते फिर गुरबाणी तो गुरमत दी हिस्ट्री तो समझा सके भी ए देखो जी इन्हां बंदियां ने कीता है काम है ए देखो ए कीता है इन्हां ने ए लाह खटिया इन्हां ने नाम दा ए नाम बारे गल नहीं आई देखो नाम दा लाह खटिया इन्हां ने नाम दा लाह खट के किस आगे गए हैं हां जी ए समर्था होवे बोलण वाले विच ते अगली सुनोगे थोड़ा हैरान हो जाओगे ਵਿਅੰਗੋ ਵਰਡ ਆਏ ਹਨ ਵਿਅੰਗ ਕਹਿੰਦੇ ਹਨ ਜਿਹੜੇ ਪੋਸਚਰ ਨੂੰ ਪੋਸਚਰ ਬਿਲਕੁਲ ਠੀਕ ਹੋਵੇ ਬੋਲਣ ਵਾਲੇ ਦਾ ਤੇ ਜੇ ਪੋਸਚਰ ਹੀ ਢਿੱਲਾ ਹੋਵੇ ਆਪੇ ਹੀ ਲਟਕਾਇਆ ਹੋਵੇ ਅੰਦਰ ਉਹਦੀ ਪਿੱਠ ਲਟਕੀ ਹੋਵੇ ਢਿੱਲਾ ਹੋਵੇ ਬੋਲਣ ਵਿੱਚ ਆਪੇ ਹੀ ਡਿਸਇੰਟਰਸਟਿਡ ਫੀਲ ਕਰਦਾ ਹੋਵੇ ਆਪੇ ਹੀ ਸਿੱਧਾ ਨਾ ਖੜਾ ਹੋਵੇ ਬੋਲਣ ਵਿੱਚ ਮਨੇ ਕਿ ਢਿੱਲ ਮਾਰਦਾ ਹੋਵੇ ਪੋਸਚਰ ਹੀ ਉਹਦਾ ਆਪਣਾ ਹੀ ਠੀਕ ਨਾ ਪੋਸਚਰ ਹੋਵੇ ਤੇ ਡਿਸਇੰਟਰਸਟਿਡ ਆਪ ਲੱਗੇ ਤੇ ਦੂਸਰਿਆਂ ਨੂੰ ਕੀ ਜੋੜੇਗਾ ਫਿਰ दूसरा करना मुश्किल है तो पोस्टर बारे भी गल आई है नौवीं क्वालिटी पोस्टर दी ते जन रंजको होवे भाव बोलन विच मिठास भी होवे ते बोलन विच तो उदे च एक होर समर्था चाहिदी है बोलन वाले विच कि तुहाडे विच इंटरेस्ट क्रिएट करन दी एबिलिटी होवे ए परमात्मा देण वाला है ਇਹ ਜਿਸ ਨੂੰ ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਸਮਰੱਥਾ ਬਖਸ਼ਦੇ ਹਨ ਉਹ ਇਹ ਕਰ ਸਕਦਾ ਸਾਰੇ ਨਹੀਂ ਕਰ ਸਕਦੇ ਜੇ ਜਪਜੀ ਦੀ ਪਹਿਲੀ ਪੌੜੀ ਦੀ ਵਿਆਖਿਆ ਸੁਣੇ ਤੇ ਅੰਦਰੋਂ ਇੱਕ ਇੰਟਰਸਟ ਜਾਗ ਜਾਏ ਕਿ ਹਾਏ ਮੇਰੇ ਗੁਰੂ ਮੈਂ ਬਾਕੀ ਵੀ ਸੁਣਾ ਹੋਰ ਇਹ ਨਾ ਸੁਣੇ ਕਿ ਪਹਿਲੀ ਜਪਜੀ ਦੀ ਵਿਆਖਿਆ ਸੁਣੇ ਤੇ ਲੱਗੇ ਯਾਰ ਇਹ ਅਗਲੀ ਸੁਣੇ ਨਾ ਸੁਣੇ ਮੈਨੂੰ ਫਰਕ ਨਹੀਂ ਪੈਂਦਾ ਜੇ ਪਹਿਲੀ जपजी दी कथा दी व्याख्या या डिस्कशन सुने ते उदे अंदर इंटरेस्ट पैदा हो जाए कि यार बाकी भी सुना मैं अगे की होएगा हुण अगे की कहणगे दूसरी च की कहणगे तीसरी च की कहणगे अंदरों इंटरेस्ट क्रिएट कर सके हो अंदरों तुहाडे अंदर ओ भावना क्रिएट कर सके ओ बंदा कि इंटरेस्ट क्रिएट इस तरह क्रिएट कर सके कि तुहानू लगे यार अगे जो आ रहा मैं भी समझा इसको ਤੁਹਾਨੂੰ ਇਹ ਨਾ ਲੱਗੇ ਯਾਰ ਇਹ ਬਹੁਤ ਬੋਰਿੰਗ ਟੌਪਿਕ ਹੈ ਮੈਂ ਬਸ ਹੋ ਗਿਆ ਪਰ ਇੱਕ ਪੌੜੀ ਬੜੀ ਹੈ ਯਾਰ I really don't want to continue with this thing ਉਹ ਅੱਛੀ ਕੁਆਲਿਟੀ ਨਹੀਂ ਹੈ ਸਪੀਕਰ ਦੀ ਕੁਆਲਿਟੀ ਉਹ ਹੈ ਇੱਕ ਚੀਜ਼ ਸੁਣੇ ਤੇ ਲੱਗੇ ਯਾਰ ਆਸਾ ਦੀ ਵਾਰ ਦੀਆਂ ਪਹਿਲੀ ਪੌੜੀ ਦੀ ਵਿਆਖਿਆ ਸੁਣੀ ਹੈ ਮੇਰਾ ਮਨ ਕਰਦਾ ਹੈ ਹੁਣ ਕਿ ਸਾਰੀਆਂ ਸੁਣਾ ਮੈਂ ਯਾਰ
ਅੱਗੇ ਦੇਖਾਂ ਅੱਗੇ ਕੀ ਲਿਖਿਆ ਨੇ, ਉਸ ਤੋਂ ਅੱਗੇ ਦੇਖਾਂ ਅੱਗੇ ਕੀ ਲਿਖਿਆ, ਹੋਰ ਕੀ ਲਿਖਿਆ ਇਹਦੇ ਬਾਰੇ, ਮੇਰੀ ਲਾਈਫ 'ਚ ਕਿੰਝ ਅਪਲਾਈ ਹੋਵੇ, ਉਹ ਤੁਹਾਡੇ ਅੰਦਰ ਇੰਟਰਸਟ ਕ੍ਰੀਏਟ ਕਰ ਸਕੇ ਬਾਣੀ ਦਾ। ਇਹ ਸਾਰੇ ਨਹੀਂ ਕਰ ਸਕਦੇ। ਇਹ ਮੈਂ ਵੀ ਦੇਖ ਲਿੱਤਾ ਆਪਣੀ ਜ਼ਿੰਦਗੀ ਵਿੱਚ। ਇਹ ਜਿਸ ਦੇ ਉੱਤੇ ਮੇਰੇ ਗੁਰੂ ਦੀ ਕਿਰਪਾ ਹੋਵੇ, ਜਿਸ ਦੇ ਉੱਤੇ ਉਹ ਬੋਲਣ, ਜਿੱਤੇ ਸਮਰੱਥ ਗੁਰੂ ਦਾ ਹੱਥ ਜਿਸ ਦੇ ਉੱਤੇ ਹੋਵੇ, ਉਸ ਬੋਲਣ ਵਾਲੇ ਵਿੱਚ ਇਹ ਤਾਕਤ ਹੁੰਦੀ ਹੈ ਕਿ ਸੁਣਨ ਤੋਂ ਬਾਅਦ ਤੁਹਾਡੇ ਅੰਦਰ ਪਰਮਾਤਮਾ ਮਿਲਣ ਦੀ, ਪਰਮਾਤਮਾ ਦੇ ਨਾਲ ਪਹੁੰਚਣ ਦੀ ਅੰਦਰੋਂ ਇੱਛਾ ਪੈਦਾ ਹੋ ਜਾਵੇ, ਜਿਹਦੇ 'ਚ ਇਹ ਔਖਾ ਕੰਮ ਹੈ ਬਹੁਤ। ਲੇਕਿਨ ਇਹ ਕੁਆਲਿਟੀ ਵੀ ਸਪੀਕਰ ਦੀ ਬਹੁਤ ਕ੍ਰਿਟੀਕਲ ਹੈ ਬੜੀ। ਤੇ any questions so far? Any issues so far? What I have spoken though? Any अगर किसी चीज समझ ना आई होवे ते अपने आप को अनम्यूट करके मन दस दियो। ते अगली जिहड़ी क्वालिटी ਉਹ ਹੈ ਕਿ ਸੁਣਨ ਵਾਲਿਆਂ ਦਾ ਕੌਨਫੀਡੈਂਸ ਜਿੱਤਣ ਵਾਲਾ ਹੋਵੇ। ਸੁਣਨ ਵਾਲਿਆਂ ਨੂੰ ਲੱਗੇ ਜਾਂ ਮਹਿਸੂਸ ਹੋਵੇ, ਜਿਤ ਸਭੋ ਵਰਡ ਆਏ ਹਨ ਸੂਰਜ ਪ੍ਰਕਾਸ਼ ਵਿੱਚ, ਸੁਣਨ ਵਾਲਿਆਂ ਨੂੰ ਮਹਿਸੂਸ ਹੋਵੇ ਕਿ he knows what he is talking about। ਸੁਣਨ ਵਾਲਿਆਂ ਦੇ ਅੰਦਰ ਆਪਣਾ ਕੌਨਫੀਡੈਂਸ ਪੈਦਾ ਕਰ ਸਕੇ ਹੋ। ਤੇ ਜੇ ਸੁਣਨ ਵਾਲੇ ਨੂੰ ਮਹਿਸੂਸ ਹੋਵੇ ਯਾਰ ਇਹਨੂੰ ਤਾਂ ਪਤਾ ਹੀ ਨਹੀਂ ਕੀ ਬੋਲਦਾ ਪਿਆ ਹੈ, ਇਹ ਕਦੀ ਕੀ ਗੱਲ ਕਰਦਾ ਹੈ, ਕਦੀ ਕੀ ਗੱਲ ਕਰਦਾ ਹੈ, ਆਪੇ ਹੀ ਨਹੀਂ ਪਤਾ ਇਸ ਨੂੰ ਕੀ, ਆਪੇ ਹੀ ਕਲੈਰਿਟੀ ਨਹੀਂ ਹੈ ਇਸ ਨੂੰ ਥਾਟ ਪ੍ਰੋਸੈਸ ਦੀ। ਕਦੀ ਇਹ ਗੱਲ ਕਰਦਾ ਪਿਆ, ਕਦੀ ਫਲਾਣੀ ਗੱਲ ਕਰਦਾ ਪਿਆ, ਇਹਨੂੰ ਪਤਾ ਹੀ ਨਹੀਂ ਕਿੰਝ ਕਰਨੇ, ਡਾਟ ਹੀ ਕਨੈਕਟ ਨਹੀਂ ਕੀਤੇ ਇਹਨੇ, ਇਹਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਕਿੱਥੇ ਸ਼ੁਰੂ ਕੀਤੀ ਤੇ ਕਿੱਥੇ ਖਤਮ ਕਰਦਾ ਪਿਆ ਆਪਣੀ ਗੱਲ। ਤੇ ਜੇ ਉਹ ਨਹੀਂ ਕਰੇਗਾ ਤੇ ਸੁਣਨ ਵਾਲੇ ਚੋਂ ਕੌਨਫੀਡੈਂਸ ਨਹੀਂ ਆਏਗਾ ਕਦੀ, ਸੁਣਨ ਵਾਲੇ ਵਿੱਚ ਬਕਤੇ ਦੀ ਤਰਫ ਉਹ ਕੌਨਫੀਡੈਂਸ ਨਹੀਂ ਆ ਸਕਦਾ ਕਦੀ। ਔਰ ਜੇ ਕੌਨਫੀਡੈਂਸ ਨਾ ਆਇਆ ਸੁਣਨ ਵਾਲੇ ਵਿੱਚ, ਤੇ ਸੁਣਨ ਵਾਲੇ ਦੇ ਤੁਹਾਡੀ, ਹੁਣ ਡਾਕਟਰ ਕੋਲ ਜਾਏ ਤੇ ਕਈ ਡਾਕਟਰ ਕੋਲ ਬੰਦਾ ਜਾਂਦਾ ਕਹਿੰਦਾ ਯਾਰ ਇਹ ਬੜਾ ਸਿਆਣਾ ਬੰਦਾ ਡਾਕਟਰ ਮਿਲਿਆ ਯਾਰ, ਇਹਨੂੰ ਹਰ ਚੀਜ਼ ਦਾ ਪਤਾ ਹੈ, ਹਰ ਚੀਜ਼ ਬੜੀ ਇਨ ਡੈਪਥ ਵਿੱਚ ਗੱਲ ਕੀਤੀ ਇਸਨੇ ਮੇਰੇ ਨਾਲ, ਹਰ ਚੀਜ਼ ਬਾਰੇ ਮੈਨੂੰ ਬੜੇ ਕੁਐਸਚਨ ਪੁੱਛੇ, ਬੜੇ ਇੰਟੈਲੀਜੈਂਟ ਇਸਨੇ ਮੈਨੂੰ, ਇਸ ਤੋਂ ਮੈਨੂੰ ਅੰਦਾਜ਼ਾ ਲਗਾਇਆ ਮੈਂ ਕਿ ਇਹ ਬੰਦਾ ਬੜਾ ਸਿਆਣਾ ਹੈ, ਹਰ ਚੀਜ਼ ਦਾ ਜਾਣੂ ਹੈ ਬੜਾ, ਇਸਨੇ ਹਰ ਚੀਜ਼ ਪਹਿਲੂ ਤੋਂ ਦੇਖੀ ਹੈ ਮੇਰੀ। ਤੇ ਉਹਦੇ ਨਾਲ ਕੀ ਹੁੰਦਾ ਹੈ, ਉਹਦੇ ਨਾਲ ਕੌਨਫੀਡੈਂਸ ਹੁੰਦਾ ਕਿ ਹੀ ਨੋਜ਼ ਵਾਟ ਹੀ ਇਜ਼ ਟਾਕਿੰਗ ਅਬਾਊਟ, ਜੇ ਦਵਾਈ ਦਿੱਤੀ ਹੈ ਤੇ ਫਿਰ ਮੈਂ ਠੀਕ ਹੋ ਜਾਵਾਂਗਾ, ਇਹਨੂੰ ਪਤਾ ਕੀ ਕਰ ਰਿਹਾ ਹੈ। ਤੇ ਕਈਆਂ ਕੋਲ ਬੰਦੇ ਜਾਂਦੇ ਨੇ, ਕਈ ਕਹਿੰਦੇ ਯਾਰ ਇਹਨੇ ਤੇ ਪੁੱਛਿਆ ਹੀ ਨਹੀਂ ਕੁਐਸਚਨ ਕੋਈ, ਇਹਨੇ ਤੇ ਦੇਖਿਆ ਹੀ ਨਹੀਂ ਮੈਨੂੰ ਧਿਆਨ ਨਾਲ, ਇਹਨੇ ਤੇ ਕੋਈ, ਇਹਨੂੰ ਤੇ ਕੋਈ ਪਤਾ ਹੀ ਨਹੀਂ ਇਸ ਨੂੰ ਗੱਲ ਚੀਜ਼ ਦਾ ਕੋਈ, ਤੇ ਉਹਦੇ ਬੰਦੇ ਫਿਰ ਕੌਨਫੀਡੈਂਸ ਨਹੀਂ ਆ ਸਕਦਾ, ਇਹ ਯਾਰ ਇਹਨੂੰ ਇਹ ਡਾਕਟਰ ਠੀਕ ਨਹੀਂ ਹੈ, ਇਹ ਬੰਦਾ ਠੀਕ ਨਹੀਂ ਹੈ, ਇਹਦੇ ਕੋਲ ਨਹੀਂ ਉਹਦੇ ਕੋਲ ਚੱਲਦੇ ਆ, ਫਲਾਣੇ ਕੋਲ ਚੱਲਦੇ, ਉਹਦੇ ਉੱਥੇ ਇਲਾਜ ਕਰਾਵਾਂਗੇ ਜਾ ਕੇ। ਸੋ ਇਹ 11ਵਾਂ ਗੁਣ ਜਿਹੜਾ ਹੈ ਬੋਲਣ ਵਾਲੇ ਵਿੱਚ, ਇਹ ਬਹੁਤ ਕ੍ਰਿਟੀਕਲ ਹੈ। ਮਹਾਰਾਜ ਇਹ ਕਿਰਪਾ ਕਰਨ ਇਹ ਸਾਰਿਆਂ ਤੇ। ਮੈਂ ਤੇ ਅਰਦਾਸ ਰੋਜ਼ ਕਰਦਾ ਹੁੰਦਾ ਬੋਲਣ ਤੋਂ ਪਹਿਲੇ ਕਿ ਹੇ ਗੁਣ, ਹੇ ਗੁਰੂ ਹਰਗੋਬਿੰਦ ਪਾਤਸ਼ਾਹ, ਇਹਨਾਂ ਗੁਣਾਂ ਵਿੱਚੋਂ 2 ਜਾਂ 3 ਗੁਣ ਵੀ ਮਿਲ ਜਾਣ ਕਿਸੇ ਨੂੰ ਬੋਲਣ ਵਾਲੇ ਵਿੱਚ ਤੇ ਉਹ ਤਰ ਜਾਏ ਇੱਥੋਂ ਹੀ। ਤੇ ਜੇ ਸਾਰੇ ਜਿਹਦੇ ਚ ਆ ਜਾਣ ਉਹ ਤੇ ਭਾਈ ਨੰਦ ਲਾਲ ਵਾਲੀ ਅਵਸਥਾ ਪੈਦਾ ਉਹ ਕਰ ਲੇਗਾ ਆਪਣੀ, ਪਰ ਜੇ ਜਿਤਨੇ ਵੀ ਗੁਣ ਮਿਲ ਸਕਣ ਜਿਸ ਨੂੰ, ਉਹ ਉਤਨੇ ਗੁਣ ਇਕੱਠੇ ਕਰੇਗਾ। ਤੇ ਇਹ 11th ਕੁਆਲਿਟੀ ਹੈ ਬੋਲਣ ਵਾਲੇ ਵਿੱਚ। ਤੇ 12ਵੀਂ ਕੁਆਲਿਟੀ ਗੁਰੂ ਨਾਨਕ ਦੇਣ ਕਿਸੇ ਨੂੰ ਆਪ ਤੇ ਦੇ ਲੈ ਲਵੇ, ਉਹ ਸਮਰੱਥਾ ਨਹੀਂ ਹੈ ਕੁਆਲਿਟੀ ਕਿਸੇ ਚ ਲੈਣ ਵਿੱਚ। ਔਰ ਇੱਥੇ ਮੈਂ ਦੱਸ ਦਿਆਂ ਗੁਰਮਤ ਅਲੱਗ ਹੈ ਆਨ ਧਰਮਾਂ ਤੋਂ। ਇੱਥੇ ਇਤਨੀ ਨੌਲੇਜ ਲੈਣ ਤੋਂ ਬਾਅਦ, ਇਤਨੀ ਸਮਰੱਥਾ ਲੈਣ ਤੋਂ ਬਾਅਦ ਵੀ ਰੱਤੀ ਭਰ ਦਾ ਅਹੰਕਾਰ ਨਾ ਹੋਵੇ ਉਹਦੇ ਵਿੱਚ, ਰੱਤੀ ਭਰ ਦੀ ਈਗੋ ਨਾ ਹੋਵੇ। ਉਹ ਹੈ ਨਾ ਹੰਕਾਤੋ ਵਰਡ ਆਏ ਹਨ ਸੂਰਜ ਪ੍ਰਕਾਸ਼ ਵਿੱਚ, ਨੌਲੇਜੇਬਲ ਸਭ ਤੋਂ ਜ਼ਿਆਦਾ ਹੋਵੇ ਪਰ ਅਹੰਕਾਰ ਤੇ ਗਿਣੇ ਸਾਰਿਆਂ ਨੂੰ ਆਪਣੇ ਤੋਂ ਨੀਵਾਂ ਮਨੇ ਲੱਗੇ ਕਿ ਸਾਰੇ ਉੱਚੇ ਹਨ ਮੇਰੇ ਤੋਂ। ਤੇ ਆਸਤੀ ਵਾਰ ਦੀਆਂ ਉਹ ਤੁਕਾਂ ਮੈਨੂੰ ਬਾਰ-ਬਾਰ ਯਾਦ ਆਉਂਦੀਆਂ ਹਨ ਜਿਹੜੀਆਂ ਕਿ ਭਾਉ ਭਗਤ ਕਰ ਨੀਚ ਸਿਧਾਏ ਤੋ ਨਾਨਕ ਮੁਖ ਅੰਤਰ ਪਾਏ। ਭਾਉ ਭਗਤ ਕਰ ਨੀਚ ਸਿਧਾਏ ਮਨੇ ਕਿ ਪਿਆਰ ਇਤਨਾ ਹੋਵੇ ਪਰਮਾਤਮਾ ਦੀ ਤਰਫ, ਭਾਉ ਭਗਤੀ ਬਹੁਤ ਹੋਵੇ ਔਰ ਨੌਲੇਜੇਬਲ ਵੀ ਬੜਾ ਹੋਵੇ, ਲੇਕਿਨ ਤਾਂ ਵੀ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਗਿਣੇ। ਇਹ ਅਸਿਊਮ ਕਰ ਲਵੇ ਕਿ ਸੁਣਨ ਵਾਲੇ ਮੇਰੇ ਤੋਂ ਜ਼ਿਆਦਾ ਨੌਲੇਜੇਬਲ ਹਨ, ਸੁਣਨ ਵਾਲਿਆਂ ਵਿੱਚ ਜ਼ਿਆਦਾ ਸਮਰੱਥਾ ਹੈ ਮੇਰੇ ਤੋਂ,
ਜਿਹੜੇ ਸੁਣਦੇ ਪਏ ਹਨ ਕਥਾ, ਜਿਹੜੇ ਸੁਣਦੀ ਪਏ ਹਨ ਮੇਰੀ ਗੱਲ, ਇਹਨਾਂ ਨੂੰ ਮੇਰੇ ਤੋਂ ਬਹੁਤ ਜ਼ਿਆਦਾ ਨੌਲੇਜ ਹੈ। ਇਹ ਸਿਆਣੇ ਹਨ ਸਾਰੇ, ਮੈਂ ਨਹੀਂ ਇਤਨਾ ਸਿਆਣਾ। ਮੇਰੇ ਕੋਲ ਭੁੱਲਾਂ ਹੋ ਸਕਦੀਆਂ, ਇਹਨਾਂ ਕੋਲ ਭੁੱਲਾਂ ਨਹੀਂ ਹੋ ਸਕਦੀਆਂ। ਅਹੰਕਾਰ ਰਹਿਤ ਹੋਵੇ ਬੜਾ। ਇਤਨੀ ਨੌਲੇਜ ਲੈ ਕੇ ਵੀ, ਔਰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਗੁਰਮਤ ਅਨੁਸਾਰ ਜਿਹੜੀ ਡੈਫੀਨੇਸ਼ਨ ਜੋ ਆਈ ਹੈ ਜਿਹੜੀ ਅਹੰਕਾਰ ਦੀ, ਉਹ ਇਹ ਨਹੀਂ ਹੈ ਕਿ ਇੱਕ, ਮੈਂ ਵਾਰ-ਵਾਰ ਇੱਕ ਕਲਾਸ ਬੜੀ ਵਾਰੀ ਪਹਿਲੇ ਵੀ ਕਹਿ ਚੁੱਕਿਆ, ਦੇਖੋ ਇੱਕ ਬੰਦਾ ਹੁੰਦਾ ਜਿਹਨੂੰ ਕੱਖ ਨਾ ਪਤਾ ਹੋਵੇ, ਹਾਂਜੀ, ਉਹ ਜਾਣੂ ਹੀ ਨਾ ਹੋਵੇ ਕਿਸੇ ਚੀਜ਼ ਤੋਂ, ਹਾਂਜੀ, ਉਹ ਬੰਦਾ ਅਹੰਕਾਰ ਕਿਸ ਚੀਜ਼ ਦਾ ਕਰੇਗਾ? ਉਹ ਕਿੰਨੀ ਅਹੰਕਾਰ ਕਰ ਸਕਦਾ? ਉਹ ਬੜਾ ਮੁਸ਼ਕਿਲ ਹੈ ਉਹਦੇ ਵਾਸਤੇ ਕਰਨਾ। ਤੈਨੂੰ ਆਪ ਹੀ ਕੁਝ ਨਹੀਂ ਪਤਾ। ਦੇਖੋ ਜੀ, ਆਪ ਗਰੀਬ ਹੋਵੇ ਬੰਦਾ, ਪੈਸੇ ਵੀ ਨਾ ਹੋਣ ਖਾਸ ਦੇ ਕੋਲ, ਪੜ੍ਹਿਆ ਲਿਖਾ ਬਹੁਤਾ ਨਾ ਹੋਵੇ, ਬਹੁਤੀ ਸਿਆਣਪ ਨਾ ਹੋਵੇ, ਉਹ ਕਿਸ ਗੱਲ ਦਾ ਅਹੰਕਾਰ ਕਰੇਗਾ? ਉਹ ਬਹੁਤ ਮੁਸ਼ਕਿਲ ਹੈ ਉਹਦੇ ਵਾਸਤੇ ਅਹੰਕਾਰ ਕਰਨਾ। ਤਾਂ ਇੱਕ ਹੋਵੇ ਬਹੁਤ ਅਮੀਰ, ਪੈਸੇ ਵੀ ਬੜੇ ਹੋਣ, ਰੁਤਬਾ ਬੜਾ ਉੱਚਾ ਹੋਵੇ, ਹਾਂਜੀ, ਸੁਸਾਇਟੀ ਬੜੀ ਮੰਦੀ ਹੋਵੇ, ਉਹਨਾਂ ਨੂੰ ਨੌਲੇਜਬਲ ਬੜਾ ਹੋਵੇ, ਹਾਂਜੀ, ਧਰਮ ਗ੍ਰੰਥਾਂ ਤੋਂ ਜਾਣੂ ਹੋਵੇ, ਗੁਰਦੁਆਰੇ ਦਾ ਪ੍ਰੈਜ਼ੀਡੈਂਟ ਹੋਵੇ, ਵਟਐਵਰ ਇਟ ਇਜ਼, ਤੇ ਉਹ ਬੰਦਾ ਜਦੋਂ ਉਹ ਉਤਨਾ ਕੁਝ ਹੋ ਕੇ ਵੀ ਆਪਣੇ ਆਪ ਨੂੰ ਕੁਝ ਨਾ ਸਮਝੇ, ਇਹ ਬੜਾ ਮੁਸ਼ਕਿਲ ਹੈ। ਇਹ ਭਾਈ ਨੰਦ ਲਾਲ ਵਰਗੇ ਕਰ ਸਕਦੇ ਆ, ਉਹਨਾਂ ਨੇ ਕਰਕੇ ਦਿਖਾਇਆ ਹੈ। ਬਿਲਕੁਲ ਬੜੀਆਂ ਐਗਜ਼ਾਮਪਲ ਮਿਲਣਗੀਆਂ ਤੁਹਾਨੂੰ ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚੋਂ। ਮਹਾਰਾਜ ਦੇ ਦਰਸ਼ਨ ਕਰਦੇ ਹਨ, ਕਈ ਵਾਰੀ ਤੇ ਇਹੋ ਜਿਹੀਆਂ ਗੱਲਾਂ ਵੀ ਲਿਖੀਆਂ ਹੋਈਆਂ ਹਨ ਬੰਦਗੀਨਾਮਾ ਵਿੱਚ, ਪੜ੍ਹ ਕੇ ਬੰਦਾ ਹੈਰਾਨ ਹੋ ਜਾਂਦਾ ਹੈ, ਇਹ ਮਹਾਰਾਜ ਤੁਸੀਂ ਇਤਨੀ ਨਿਮਰਤਾ ਭਾਈ ਨੰਦ ਲਾਲ ਨੂੰ ਕਿਸ ਤਰ੍ਹਾਂ ਦੇ ਦਿੱਤੀ? ਤੁਸੀਂ ਇਤਨੇ ਨਿਮਰ ਕਿਸ ਤਰ੍ਹਾਂ ਹੋ ਗਏ ਭਾਈ ਨੰਦ ਲਾਲ? ਕਿੱਥੋਂ ਇੰਪ੍ਰੈਸ ਹੋਏ ਹੋਣੇ? ਕਿਹਨੂੰ ਦੇਖਿਆ ਹੋਣਾ ਨੇ? ਕਿਸ ਨੂੰ ਦੇਖ ਕੇ ਆਪ ਨਿਮਰਤਾ ਚ ਆਏ ਹੋਣੇ? ਇੱਕ ਜਗ੍ਹਾ ਭਾਈ ਨੰਦ ਲਾਲ ਜੀ ਬਾਣੀ ਚ ਇਹ ਕਥਾ ਵੀ ਆਉਂਦੀ ਹੈ ਕਿ ਇੱਕ ਜਗ੍ਹਾ ਕਹਿੰਦੇ ਨੇ ਇਹ ਵੀ ਗੱਲ ਹੋਈ, ਇੱਕ ਦਿਨ ਮੈਂ ਕਥਾ ਸੁਣਾਈ ਹੈ ਪਹਿਲੇ, ਕਿ ਉਸ ਵੇਲੇ ਲੰਗਰ ਖਾਣ, ਜਦੋਂ ਲੰਗਰ ਵਰਤਿਆ ਜਾਂਦਾ ਸੀ, ਲੰਗਰ ਖਾਣ ਤੋਂ ਉਪਰੰਤ ਮਹਾਰਾਜ ਜਿਹੜੇ ਝੂਠ ਜਿਹੜਾ ਹੈ ਲੰਗਰ ਦਾ, ਝੂਠ ਵੇਸਟ ਨਹੀਂ ਕਰਦੇ ਸਨ ਉਸ ਵੇਲੇ। ਝੂਠ ਹੁਣ ਅੱਜ ਕੱਲ ਝੂਠ ਜਿਹੜਾ ਅਸੀਂ ਸੁੱਟ ਦਿੰਦੇ ਹਾਂ ਟਰੈਸ਼ ਬੈਗਸ ਵਿੱਚ, ਉਸ ਵੇਲੇ ਝੂਠ ਜਿੰਨਾ ਬਚਦਾ ਸੀ ਉਹ ਸਾਰਾ ਜਿਹੜੇ ਜਾਨਵਰ ਜਿਹੜੇ ਸਨ, ਪਕਸ਼ੀ ਪੰਛੀ ਜਿਹੜੇ, ਉਹਨਾਂ ਵਾਸਤੇ ਝੂਠ, ਉਹ ਸਾਰੇ ਝੂਠ ਉਹ ਖਾਂਦੇ ਹੁੰਦੇ ਸਨ, ਵੇਸਟ ਨਹੀਂ ਕੁਝ ਹੁੰਦਾ ਸੀ। ਗੁਰੂ ਘਰ 'ਚ ਇਹ ਪ੍ਰਥਾ ਪੁਰਾਤਨ ਚਲਦੀ ਆਈ ਹੈ, ਮੈਂ ਬਚਪਨ 'ਚ ਦੇਖਿਆ ਵੀ ਹੋਇਆ ਪਟਨਾ ਇੰਜ ਕਰਦਿਆਂ ਹੋਇਆ। ਲੰਗਰ ਝੂਠ ਜਿਹੜਾ ਹੈ ਅਲੱਗ ਅਸਥਾਨ ਹੁੰਦਾ ਸੀ, ਉੱਥੇ ਝੂਠੇ ਲੰਗਰ ਨੂੰ ਉੱਥੇ ਰੱਖ ਦਿੱਤਾ ਜਾਂਦਾ ਸੀ, ਤੇ ਜਿਤਨੇ ਬਰਡ ਜਿਹੜੇ ਆ ਕੇ ਉਹ ਵਿਦਿਨ 2 ਆਵਰਸ ਇਟ ਯੂਜ਼ਡ ਟੂ ਬੀ ਫਿਨਿਸ਼ਡ ਦ ਹੋਲ ਥਿੰਗ। ਇਹ ਪ੍ਰਥਾ ਗੁਰੂ ਘਰ 'ਚ ਪੁਰਾਤਨ ਰਹੀ ਹੈ ਗਾਥਾ। ਤੇ ਭਾਈ ਨੰਦ ਦਾ ਸਾਖੀ ਆਂਦੀ ਹੈ ਇੱਕ ਵਾਰੀ, ਨਿਮਰਤਾ ਦੀ ਹਾਲਤ ਦੇਖੋ ਉਹਨਾਂ ਦੀ। ਕਹਿੰਦੇ ਜਿੱਥੇ ਝੂਠ ਜਿਹੜਾ, ਜਿੱਥੇ ਝੂਠ ਦਿੰਦੇ ਸਨ ਜਿੱਥੇ ਕੁੱਤਿਆਂ ਨੂੰ, ਉੱਥੇ ਕੁੱਤਿਆਂ ਦੀ ਲਾਈਨ 'ਚ ਖੜੇ ਹੋ ਗਏ ਆਪ, ਕਿ ਜਿਸ ਤਰ੍ਹਾਂ ਉਹਨਾਂ ਦੇ ਮੂੰਹ 'ਚ ਪਾਉਂਦੇ ਹੋ ਮੇਰੇ ਮੂੰਹ 'ਚ ਹੀ ਪਾਓ, ਮੈਂ ਵੀ ਤੁਹਾਡਾ ਕੁੱਤਾ, ਤੁਹਾਡੇ ਦਰ ਦਾ ਕੁੱਕਰ ਹਾਂ ਮੈਂ। ਇਹੋ ਜਿਹੀ ਨਿਮਰਤਾ ਮਿਲਣੀ, ਇਹੋ ਜਿਹੀ ਹਿਊਮਿਲਿਟੀ ਦਾ ਲੈਵਲ ਮਿਲਣਾ ਗੁਰੂ ਨਾਨਕ ਦੀ ਕਿਰਪਾ ਤੋਂ ਸਿਵਾਏ ਬਹੁਤ ਮੁਸ਼ਕਿਲ ਹੈ ਮਿਲਣਾ। ਤੇ ਬਖਤੇ ਵਿੱਚ ਵੀ ਇਹੋ ਜਿਹੀ ਨਿਮਰਤਾ ਹੋਵੇ, ਬੋਲਣ ਵਿੱਚ ਜ਼ਰਾ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਇਹਦੇ ਵਿੱਚ, ਇਹਦੇ ਮਨ 'ਚ ਗੁਮਾਨ ਹੈ, ਜ਼ਰਾ ਮਹਿਸੂਸ ਨਾ ਹੋਵੇ ਕਿ ਇਹਦੇ ਮਨ ਵਿੱਚ, ਇਹਦਾ ਮਨ ਚੜਿਆ ਹੋਇਆ, ਇਹ ਬੜਾ ਨੌਲੇਜਬਲ ਆਪਣੇ ਆਪ ਨੂੰ ਗਿਣਦਾ ਹੈ। ਕਦੀ ਮਹਿਸੂਸ ਨਾ ਕਰਾਏ ਇਸ ਗੱਲ ਨੂੰ। ਕਿਉਂ? ਜੇ ਕਰਾਏਗਾ ਤੇ ਫਿਰ ਉਹ ਕੁਆਲਿਟੀ ਦੇ ਨਹੀਂ ਪਾਏਗਾ ਅੱਗੇ, ਤੇ ਜੇ ਨਹੀਂ ਕਰਾਏਗਾ ਇਹ ਦੇਖ ਕੇ ਦੂਸਰੇ ਮੁਤਾਸਰ ਹੋਣਗੇ ਵੀ ਦੇਖੋ ਆਪ ਤੇ ਪਤਾ ਹੈ ਸਾਰਾ ਕੁਝ, ਤੇ ਤਾਂ ਵੀ ਆਪਣੇ ਆਪ ਨੂੰ ਨੀਵਾਂ ਗਿਣਦਾ ਬੜਾ, ਤੇ ਮੈਨੂੰ ਵੀ ਉਹ ਜਿਹੀ ਕੁਆਲਿਟੀ ਲੈ ਕੇ ਆਣੀ ਚਾਹੀਦੀ ਹੈ। ਸੋ ਇਹ ਕੁਆਲਿਟੀ ਜਿਹੜੀ ਹੈ, ਇਹ ਨਾ ਜਿਹੜੀ ਕੁਆਲਿਟੀ ਜਿਹੜੀ ਹੈ ਨਾ, ਹੰਕਾਰੋ ਵਾਲੀ ਕੁਆਲਿਟੀ ਜਿਹੜੀ ਹੈ ਬੜੀ ਕ੍ਰਿਟੀਕਲ ਕੁਆਲਿਟੀ ਹੈ ਬੜੀ। ਤੇ ਅਖੀਰਲੀਆਂ 2 ਕੁਆਲਿਟੀ ਜਿਹੜੀਆਂ ਹਨ, ਇਹ ਸਿਰਫ ਭਾਈ ਨੰਦ ਲਾਲ ਵਰਗੇ ਜਾਂ ਇਹ ਵੱਡੇ ਸੰਤਾਂ ਉੱਤੇ, ਜਾਂ ਜਿਹੜੇ ਇਹ ਮੇਰੇ ਵਰਗਿਆਂ ਤੇ ਲਾਗੂ ਨਹੀਂ ਹੁੰਦੀਆਂ। ਇਹ ਲਾਗੂ ਹੁੰਦੀਆਂ ਉਹਨਾਂ ਵਾਸਤੇ ਜਿਨ੍ਹਾਂ ਨੇ ਸੱਚੀ ਨਾਮ ਦੀ ਕਥਾ ਨੂੰ, ਨਾਮ ਦੀ ਕਮਾਈ ਨੂੰ ਪੂਰਾ ਕੀਤਾ ਹੈ। 13ਵੀਂ ਕੁਆਲਿਟੀ ਜਿਹੜੀ ਹੈ ਉਹ ਮੇਰੇ ਹਿਸਾਬ ਨਾਲ ਸਭ ਤੋਂ ਔਖੀ ਕੁਆਲਿਟੀ ਹੈ ਸਪੀਕਰ ਵਿੱਚ। ਉਹ ਹੈ ਕਿ ਧਾਰਮਿਕ ਹੋਵੇ, ਜਿਹੜੀ ਗੱਲ ਆਪ ਕਰਦਾ ਦੂਸਰਿਆਂ ਨੂੰ ਸਮਝਾ ਰਿਹਾ ਹੈ ਉਹ ਆਪ ਕਰਦਾ ਹੋਵੇ ਪਹਿਲੇ। ਜੇ ਬਾਰ-ਬਾਰ ਆਪ ਕਹਿੰਦਾ ਹੈ ਪ੍ਰੇਮਾ ਭਗਤੀ ਕਰੋ, ਤੇ ਆਪ ਪ੍ਰੇਮਾ ਭਗਤੀ ਵਿੱਚ ਡੁੱਬਾ ਹੋਵੇ ਪਹਿਲੇ। ਜੇ ਦੂਸਰਿਆਂ ਨੂੰ ਕਹਿੰਦਾ ਹੈ ਬਾਰ-ਬਾਰ ਇਹ ਨਾ ਕਰੋ, ਫਲਾਣ ਨਾ ਕਰੋ, ਤੁਹਾਡੇ ਮਨ 'ਚ ਖਿਮਾ ਵਾਲੀ ਗੁਣ ਹੋਵਣ, ਤੁਹਾਡੇ ਮਨ 'ਚ ਫਰਗਿਵਨੈਸ ਵਾਲਾ ਗੁਣ ਹੋਵੇ, ਤੁਹਾਡੇ ਮਨ ਵਿੱਚ ਇਹ ਗੁਣ ਹੋਵੇ, ਤੁਹਾਡੇ ਮਨ ਵਿੱਚ ਇਹ ਹੋਵੇ, ਤੇ ਉਹ ਆਪ ਕਰਦਾ ਹੋਵੇ ਪਹਿਲੇ, ਉਹ ਆਪ ਧਾਰਮਿਕ ਹੋਵੇ, ਆਪ ਉਹਨਾਂ ਨੂੰ ਗੁਣਾਂ ਨੂੰ ਧਾਰਨ ਕੀਤਾ ਹੋਵੇ, ਉਸਨੇ, ਉਹ ਆਪ ਉਸ ਲਾਈਫ ਵਿੱਚ ਜਿੰਦਾ ਹੋਵੇ ਪਹਿਲੇ। ਅਵਰ ਉਪਦੇਸੇ ਆਪ ਨਾ ਕਰੇ, ਉਹ ਵਾਲੀ ਅਵਸਥਾ ਨਾ ਹੋਵੇ ਉਹਦੇ ਵਿੱਚ।
ਇਹ ਨਹੀਂ ਵੀ ਆਪ ਨਾ ਪਿਆਰ ਕਰੇ ਕੀਰਤਨ ਨਾਲ, ਦੂਸਰਿਆਂ ਨੂੰ ਕੀਰਤਨ ਸਿਖਾਏ ਬੜਾ, ਲੇਕਿਨ ਖੁਦ ਇੰਟਰਸਟ ਨਾ ਹੋਵੇ ਕੀਰਤਨ 'ਚ, ਖੁਦ ਦੇ ਇੰਟਰਸਟ, ਖੁਦ ਕੀਰਤਨ ਵਿੱਚ ਤਾਂ ਇੰਟਰਸਟ ਹੋਵੇ ਕਿ ਉਹ ਸੁਰਾਂ ਤੇ ਤਾਲਾਂ ਤੱਕ ਹੀ ਸੀਮਿਤ ਰਹਿ ਜਾਏ। ਆਪ ਇੰਪ੍ਰੈਸ ਨਾ ਹੋਵੇ ਕਲਿਆਣ ਤੋਂ, ਆਪ ਇੰਪ੍ਰੈਸ ਨਾ ਹੋਵੇ ਬਿਲਾਵਲ ਤੋਂ, ਆਪ ਇੰਪ੍ਰੈਸ ਨਾ ਹੋਵੇ ਜਪਜੀ ਤੋਂ, ਆਪੇ ਮਨ 'ਚ ਕਦੀ ਉਹਦੀ ਸ਼ੌਕ ਨਾ ਆਵੇ ਕਿ ਮੈਂ ਜਪਜੀ ਦੀਆਂ ਉਹਨਾਂ ਲਾਈਨਾਂ ਤੇ ਪੂਰਾ ਉਤਰਾਂ, ਲੇਕਿਨ ਦੂਸਰਿਆਂ ਨੂੰ ਬਾਰ-ਬਾਰ ਕਵੇ। ਮਹਾਰਾਜ ਕਹਿੰਦੇ ਜੇ ਇਹੋ ਜਿਹੀ ਅਵਸਥਾ 'ਚ ਨਹੀਂ ਆਏ ਤੇ ਅੱਛਾ ਸਪੀਕਰ ਤੁਸੀਂ ਨਹੀਂ ਬਣ ਸਕਦੇ। ਇਹ 13ਵੀਂ ਕੁਆਲਿਟੀ ਹੈ ਸਪੀਕਰ ਦੀ, ਧਾਰਮਿਕ ਹੋਵੇ। ਤੇ 14ਵੀਂ ਕੁਆਲਿਟੀ ਇਹ ਹੈ, ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਪ੍ਰੋਫੈਸ਼ਨ ਹੈ ਬੋਲਣਾ। ਆਈ ਗੈਸ ਮੇਰੇ ਤੇ ਅਪਲਾਈ ਘੱਟ ਹੋਏਗਾ, ਮੇਰੇ ਤੇ ਵੀ ਅਪਲਾਈ ਹੁੰਦਾ ਬੜਾ ਵੱਡਾ। ਮੇਰੇ ਮਨ 'ਚ ਵੀ ਇਹੋ ਜਿਹੇ ਕਈ ਵਾਰੀ ਸਵਾਲ ਉੱਠਦੇ ਹਨ ਬੜੇ, ਕਿ ਸੰਤੋਖੀ ਹੋਵੇ, ਜਿਹੜੇ ਅਗਰ ਕਿਸੇ ਦੇ ਗੁਰਦੁਆਰੇ ਬੁਲਾਇਆ ਹੈ ਤੁਹਾਨੂੰ ਤੇ ਅਗਰ ਕੁਝ ਕੀਰਤਨ ਕਰਾਉਣ ਵਾਸਤੇ ਜਾਂ ਬੋਲਣ ਵਿੱਚ ਐਵਰੀਥਿੰਗ, ਤੇ ਜੋ ਉਹ ਦੇਣ, ਜੋ ਭੇਟਾ ਤੁਹਾਨੂੰ ਮਿਲੇ, ਉਸ ਭੇਟਾ ਵਿੱਚ ਤੁਸੀਂ ਸੰਤੁਸ਼ਟ ਹੋ ਜਾਓ। ਹਾਂਜੀ, ਇਹ ਅਨਫੋਰਚੂਨੇਟਲੀ ਸਪਿਰਿਚੁਅਲਿਜ਼ਮ ਵਾਲੇ ਰਸਤੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ, ਜਿਹੜੇ ਪ੍ਰੋਫੈਸ਼ਨ ਨੇ ਅਡਾਪਟ ਹੁੰਦੇ ਹਨ, ਇਹ ਰੈਗੂਲਰ ਪ੍ਰੋਫੈਸ਼ਨ ਦੇ ਨਾਲ ਕੰਪੈਰੀਜ਼ਨ ਨਹੀਂ ਕੀਤੀ ਜਾ ਸਕਦੀ। ਹਾਂਜੀ, ਮੈਂ CPA ਹਾਂ, ਮੈਂ ਲਾਇਰ ਹਾਂ, ਜਾਂ ਮੈਂ ਡਾਕਟਰ ਹਾਂ ਤੇ ਮੇਰੀ ਇੰਨੀ ਫੀਸ ਹੈ, ਉਹ ਤੁਸੀਂ ਕਰ ਸਕਦੇ ਹੋ। ਹਾਂਜੀ, ਸਪਿਰਿਚੁਅਲਿਜ਼ਮ ਦੇ ਰਸਤੇ ਵਿੱਚ ਬੰਦੇ ਦਾ ਸੰਤੋਖੀ ਹੋਣਾ ਬਹੁਤ ਇੰਪੋਰਟੈਂਟ ਹੈ। ਕਿਉਂ? ਵਾਈ ਇਜ਼ ਦੈਟ? ਬਿਕਾਜ਼ ਸੀ ਵੈਨ ਯੂ ਆਰ ਗੋਇੰਗ ਟੂ ਅ ਗੁੱਡ ਡਾਕਟਰ, ਵੈਨ ਯੂ ਆਰ ਗੋਇੰਗ ਟੂ ਅ ਗੁੱਡ ਡੈਂਟਿਸਟ ਔਰ ਅ CPA ਔਰ ਅ ਲਾਇਰ ਔਰ ਹੂਐਵਰ whichever profession ਦੋ, ਉਹ ਤੁਹਾਨੂੰ ਕੋਈ ਪ੍ਰਮਾਤਮਾ ਦੇ ਰਸਤੇ ਤੇ ਜੋੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ਜੀ। ਡਾਕਟਰ ਦਾ ਫਰਜ਼ ਨਹੀਂ ਹੈ ਕਿ ਤੁਸੀਂ ਪ੍ਰਮਾਤਮਾ ਦੇ ਨਾਮ ਨਾਲ ਜੁੜੋ, ਉਹਦੇ ਲਾਇਰ ਕੋਈ ਹੋਵੇ, that's not his job. His job is to help you. That's where he can say ਕਿ you know what, I charge X amount of dollars per hour. If you can pay my fees, fine. If not, then that's okay with me. ਪਰ ਸਪਿਰਿਚੁਅਲ ਟੀਚਰ ਜਿਹੜਾ ਬੇਸ਼ੱਕ ਉਹਦੀ ਰੋਜ਼ੀ ਰੋਟੀ ਵੀ ਇਸ ਕਮਾਈ ਤੋਂ ਚਲਦੀ ਹੋਵੇ, ਉਸਨੂੰ ਸੰਤੋਖੀ ਹੋਣਾ ਚਾਹੀਦਾ ਹੈ। ਉਸਨੂੰ ਜੋ ਮਿਲੇ ਉਹਦੇ ਸੰਤੋਖ ਕਰੇ। ਤੇ ਬੰਦਾ ਕਵੇ ਯਾਰ ਵੀ ਜੇ ਕੋਈ ਮੇਰੇ ਨਾਲ ਮਿਸਟ੍ਰੀਟ ਕਰੇ ਮੈਨੂੰ, ਉਹ ਨਹੀਂ ਮੈਂ ਕਹਿ ਰਿਹਾ। ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਬੜੇ ਸਪੀਕਰਸ ਨੂੰ ਮਿਸਟ੍ਰੀਟ ਵੀ ਕਰਦੇ ਹਨ। ਮਿਸਟ੍ਰੀਟਮੈਂਟ ਨਾ ਹੋਵੇ, ਪਰ ਲਾਲਚੀ ਨਾ ਹੋਵੇ, ਸੰਤੋਖੀ ਹੋਵੇ ਬੋਲਣ ਵਿੱਚ। ਹਾਂਜੀ, ਇਹ ਨਾ ਹੋਵੇ ਕਿ ਉਹਦੇ ਮਨ 'ਚ ਆਸਾ ਹੋਵਣ, ਕਿਉਂਕਿ ਉਹ ਜਾਂ ਅਗਰ ਤੁਸੀਂ ਉਹ ਕੁਆਲਿਟੀ ਨਹੀਂ ਲੈ ਕੇ ਆਏ, ਇਹਦਾ ਮਤਲਬ ਕਿ ਅਗਰ ਇਹ ਨਹੀਂ ਲੈ ਕੇ ਆਏ ਤਾਂ ਇਸ ਤੋਂ ਪਿਛਲੀ ਫਿਰ ਕੁਆਲਿਟੀ ਤੁਹਾਡੇ 'ਚ ਆ ਨਹੀਂ ਸਕਦੀ। ਆਪ ਧਾਰਮਿਕ ਹੋ ਨਹੀਂ ਬਣ ਸਕਦੇ, ਕਿਉਂਕਿ ਤੁਹਾਡਾ ਕੰਮ ਸਿਰਫ ਕਿਸੇ ਬੰਦੇ ਨੂੰ ਕਿਸੇ ਦੀ ਲੀਗਲ ਇਸ਼ੂ ਰਿਜ਼ੋਲਵ ਨਹੀਂ ਕਰਨਾ ਹੈ। ਤੁਹਾਡਾ ਕੰਮ ਕਿਸੇ ਨੂੰ ਕੋਈ ਠੀਕ ਨਹੀਂ ਕਰਨਾ ਹੈ। ਫਿਰ ਤੁਹਾਡਾ ਕੰਮ ਪ੍ਰਮਾਤਮਾ ਦੇ ਨਾਲ ਜੋੜਨਾ ਹੈ ਉਸਨੂੰ। ਤੇ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੁੰਦੇ ਨੇ, ਉਹ ਸੰਤੋਖੀ ਹੋਣਾ ਉਹਨਾਂ ਵਾਸਤੇ ਬੜਾ ਕ੍ਰਿਟੀਕਲ ਹੈ। ਔਰ ਇਹ ਮੇਰੇ ਵਿੱਚ ਹੀ ਕਈ ਵਾਰੀ, ਹਾਲਾਂਕਿ ਮੇਰੀ ਤੇ ਜਦੋਂ ਮੈਂ ਆਪਣੇ ਤੇ ਗੱਲ ਲੈਂਦਾ, ਕਿਉਂਕਿ ਬੋਲਦਾ ਮੈਂ, ਮੇਰੀ ਤੇ ਸੇਵਾ ਹੈ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸੇ ਚੀਜ਼ ਦੇ ਲੈਣ ਦਾ ਉਹਦੇ ਪਰ ਕਈ ਵਾਰੀ ਮਨ 'ਚ ਫਿਰ ਵੀ ਖਿਆਲ ਉੱਠ ਜਾਂਦੇ। ਕਈ ਹੁਣ ਤੇ ਨਹੀਂ ਉੱਠਦੇ, ਪਰ ਅੱਜ ਤੋਂ 20-25 ਸਾਲ ਪਹਿਲੇ ਉੱਠਦੇ ਸਨ। ਜੇ ਗੁਰਦੁਆਰੇ ਬੋਲਣ ਗਿਆ 4 ਘੰਟੇ ਵਾਸਤੇ, ਸੈਟਰਡੇ ਹੈ, ਸਪੈਸ਼ਲੀ ਇਨ ਦ ਮੰਥ ਆਫ ਫੈਬਰੀ, ਮਾਰਚ ਐਂਡ ਅਪ੍ਰੈਲ, ਜਦੋਂ ਬਿਜ਼ੀ ਬੜਾ ਟਾਈਮ ਹੁੰਦਾ ਹੈ, and you get paid X amount of hours, and then so therefore you're going to lose X amount of money every Saturday, Y amount of money every Sunday. ਇਹ ਮੇਰੇ ਮਨ 'ਚ ਖਿਆਲ ਆਏ, ਪਹਿਲੇ ਤੇ ਬਹੁਤ ਆਏ ਖਿਆਲ ਹੈ ਵਾਲੇ। ਇਹ ਕੀ ਕਰਾਂਗਾ ਮੈਂ ਜੇ ਹਰ ਸੈਟਰਡੇ ਸੰਡੇ ਬੋਲਣ ਗਿਆ ਤੇ ਇੰਨਾ ਨੁਕਸਾਨ ਹੋ ਜਾਏਗਾ ਬੜਾ, ਇਹ ਕੀ ਬਾਕੀ ਬੰਦੇ ਕੰਮ ਕਰਦੇ ਨੇ ਸੈਟਰਡੇ ਨੂੰ, ਮੇਰਾ ਕੰਮ ਰੁਕ ਜਾਏਗਾ ਬੜਾ। ਇਹੋ ਜਿਹੇ ਖਿਆਲ ਇਨਸਾਨ ਹੈ ਨਾ ਸਾਰੇ ਉਹਨੇ ਕੀ, ਸਪੈਸ਼ਲੀ ਇਨ ਦਾ ਬਿਗਨਿੰਗ ਇਹੋ ਜਿਹੇ ਖਿਆਲ ਆਣੇ, ਆਪਣੇ ਆਪ ਨਾਲ ਲੜਾਈ ਵੀ ਕਰਨੀ ਪਈ ਬੜੀ ਵਾਰੀ। ਪਰ ਮਹਾਰਾਜ ਹਿੰਮਤ ਦਿੰਦੇ ਹਨ ਬਾਅਦ ਵਿੱਚ, ਮਹਾਰਾਜ ਆਪ ਕਿਰਪਾ ਕਰਦੇ ਹਨ ਔਰ ਹਿੰਮਤ ਦਿੰਦੇ ਹਨ। ਔਰ ਹਿੰਮਤ ਜਦੋਂ ਬਖਸ਼ਦੇ ਹਨ, ਜਦੋਂ ਉਹ ਆਪ ਮਿਹਰ ਭਰਿਆ ਹੱਥ ਸਿਰ ਤੇ ਰੱਖਦੇ ਹਨ, ਤੇ ਇਹੋ ਜਿਹੇ ਥਾਟ ਫਿਰ ਆਣੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਹਾਡੇ ਅੰਦਰ। ਹੁਣ ਬਿਲਕੁਲ ਨਹੀਂ ਆਉਂਦੇ ਇਹੋ ਜਿਹੇ ਥਾਟ, ਆਉਂਦੇ ਹੀ ਨਹੀਂ ਬਿਲਕੁਲ, ਜ਼ਰਾ ਵੀ। ਮੈਨੂੰ ਸੋਚਣਾ ਹੀ ਨਹੀਂ ਪੈਂਦਾ ਮੈਨੂੰ ਬਿਲਕੁਲ ਜ਼ਰਾ ਵੀ। ਇਟਸ ਦੇਅਰ, ਇਟਸ ਅ ਪਾਰਟ ਆਫ ਯੂ, ਦੈਨ ਇਟ ਬਿਕਮਸ ਅ ਪਾਰਟ ਆਫ ਯੂ। ਸੋ ਸੰਤੋਖੀ ਹੋਣਾ ਬੋਲਣ ਵਾਲੇ ਵਿੱਚ ਜਿਹੜਾ ਹੈ ਉਹ ਬੜਾ ਕ੍ਰਿਟੀਕਲ ਹੈ। ਸੋ ਇਹ 14 ਕੁਆਲਿਟੀਜ਼ ਹਨ ਜਿਹੜੀਆਂ ਇਹ ਸਪੀਕਰ ਦੀਆਂ ਕੁਆਲਿਟੀਜ਼ ਹਨ, ਜਿਹੜੀਆਂ ਬੋਲਣ ਦੀਆਂ, ਬਖਤੇ ਦੀਆਂ। ਤੇ ਮੈਂ ਇੱਕ ਵਾਰੀ ਰਿਵਾਈਜ਼ ਦੁਬਾਰਾ ਕਰਾਂਗਾ ਸਾਰੀਆਂ, ਇੱਕ ਵਾਰੀ ਉਹਨਾਂ ਨੂੰ, ਤਾਂ ਕਿ ਤੁਹਾਨੂੰ ਇੱਕ ਵਾਰੀ ਤੁਸੀਂ ਸਾਰੀਆਂ ਲਿਖ ਲਵੋ, ਜਾਂ ਮੈਂ maybe I can write it on a screen right now, maybe next week or something, ਇੱਕ ਵਾਰੀ ਦੁਬਾਰਾ ਰਿਵਾਈਜ਼ ਹੋ ਜਾਣ। ਤੇ any questions so far though, ਤੁਸੀਂ ਜੋ ਸੁਣਿਆ ਹੈ before a revise 9:25, I still have about
5 10 minutes more, 15 minutes 10 minutes more. I still have time with me. So अगर किसी क्वालिटी बारे ना चीज समझ आई होवे या कोई कमेंट देना होवे तो प्लीज अपने आप ਨੂੰ ਅਨਮਿਊਟ ਕਰਕੇ ਮੈਨੂੰ ਮੇਰੇ ਨਾਲ ਤੁਸੀਂ ਬੋਲ ਸਕਦੇ ਹੋ ਜਾਂ ਸ਼ੇਅਰ ਕਰ ਸਕਦੇ ਹੋ ਆਪਣੀ ਥਾਟ ਪ੍ਰੋਸੈਸ ਮੈਨੂੰ। Virji, are you going to talk about the listener also? Yes, I'm going to, but I don't know whether I'll have time today to do it or not, so I might do it next week. So because it's listener time lage, it will take about an hour to go through the whole 14 qualities, so I don't know whether I don't want to rush it through. So I'm going to see if anybody has any questions though, first of all, on these qualities though. But Raj, you have any questions? Tanu hove ina 14 jiniya qualities. But are you impressed though how much people? Anji? Very impressive, Virji. I mean, it is well, some things are so natural, but they need to be practiced. But they don't come naturally. No, they do not come naturally. So Virji, what I understand is कि Guru Hargobind जी ने किया सारियां qualities ਸਾਰੀਆਂ ਕੁਆਲਿਟੀ ਉਹਨਾਂ ਦੇ ਮੂੰਹ ਨਿਕਲੀਆਂ ਸਾਰੀਆਂ ਸੂਰਜ ਪ੍ਰਕਾਸ਼ ਦੇ ਹਿਸਾਬ ਦੇ ਨਾਲ ਇਹ ਸਾਰੀਆਂ ਕੁਆਲਿਟੀਆਂ ਉਹਨਾਂ ਨੇ ਪੋਇਟਰੀ ਰੂਪ ਵਿੱਚ ਇਹ ਸਾਰੀਆਂ ਕੁਆਲਿਟੀਆਂ ਉਹਨਾਂ ਦੇ ਮੂੰਹ ਨਿਕਲੀਆਂ ਹਨ। That is true. My God, they are so right, exactly ਸਾਰੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ। ਕੋਈ ਵੀ ਗੁੱਡ ਸਪੀਕਰ ਹੋਏ, ਕੋਈ ਵੀ ਕਿਸੇ ਨੇ ਐਕਸਪਲੇਨ ਕਰਨਾ ਹੋਏ ਕੁਝ, ਐਕਚੁਅਲੀ they are so right. ਦੇਖ ਲਓ ਰਵਿੰਦਰ ਜੀ, ਤੁਸੀਂ ਦੇਖੋ ਵੀ ਇਹ ਗੱਲਾਂ 400 ਸਾਲ ਪੁਰਾਣੀਆਂ ਹਨ, 350 400 ਸਾਲ। ਉਸ ਵੇਲੇ ਵੀ ਬੰਦੇ ਮਤਲਬ ਕਿ ਮਹਾਰਾਜ ਆਪ ਤੇ ਖੈਰ ਪ੍ਰਮਾਤਮ ਰੂਪ ਸਨ, ਉਹਨਾਂ ਦੀ ਗੱਲ ਅਲੱਗ ਹੈ, ਬਟ ਜੇ ਇਹ ਕੁਆਲਿਟੀਆਂ ਕਿਸੇ 'ਚ ਹੋ ਜਾਵਣ ਤੇ ਉਹ ਸੱਚੀ ਜੇ ਸਾਰੀਆਂ ਕੁਆਲਿਟੀ ਕਿਸੇ 'ਚ ਆ ਜਾਵਣ ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਉਹ ਜਦੋਂ ਬੰਦਾ ਬੋਲੇਗਾ ਤੇ ਉਹਦੇ 'ਚੋਂ ਰੱਬ ਬੋਲੇਗਾ ਫਿਰ ਤੇ ਪਰਫੈਕਟ ਹੋ ਗਿਆ। ਮਤਲਬ ਕਿ ਉਹ ਫਿਰ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਐਬਿਲਿਟੀ ਹੈ ਬੋਲਣ ਤੋਂ ਬਾਅਦ ਤੁਹਾਡੇ ਵਿੱਚ ਪਰਮਾਤਮਾ ਮਿਲਣ ਦੀ ਆਸ ਜਾਂ ਪਰਮਾਤਮਾ ਮਿਲਣ ਦੀ ਅੰਦਰੋਂ ਇੱਛਾ ਜਿਹੜੀ ਹੈ ਪੈਦਾ ਕਰਾ ਦੇਣੀ ਕਿਸੇ ਵਿੱਚੋਂ। ਗੁਰਮਤ ਵਿੱਚ ਇਸ ਨੂੰ ਜੀਦਾਨ ਕਹਿੰਦੇ ਹਨ ਦੀਦੀ, ਇਹ ਜੀਦਾਨ ਹੈ। ਜੀਦਾਨ ਦੇ ਮਤਲਬ ਸਭ ਤੋਂ ਵੱਡਾ ਦਾਨ ਹੈ ਨਾਮ ਦਾ ਦਾਨ ਜਾਂ ਜੀਦਾਨ। ਉਹ ਹੈ ਕਿਸੇ ਨੂੰ ਸੁਣਨ ਤੋਂ ਬਾਅਦ ਮਨ ਵਿੱਚ ਇੱਕ ਇੱਛਾ ਪੈਦਾ ਹੋ ਜਾਵੇ, ਯਾਰ ਇਹ ਮਨ ਤੋਂ ਪਹਿਲੇ ਮੈਂ ਵੀ ਕੁਝ ਕਰਕੇ ਜਾਵਾਂ ਇੱਥੋਂ, ਯਾਰ ਮੈਂ ਵੀ ਕੁਝ ਕਰਾਂ, ਮੈਂ ਇਸ ਅਵਸਥਾ ਤੋਂ ਖੁਸ਼ ਨਾ ਹੋਵਾਂ ਆਪ, ਮੈਂ ਵੀ ਕੁਝ ਕੱਟ ਕੇ ਜਾਵਾਂ ਇੱਥੋਂ, ਮੈਂ ਵੀ ਕੁਝ ਕਰਕੇ ਜਾਵਾਂ ਇੱਥੋਂ, ਮੇਰਾ ਵੀ ਸਿਰ ਝੁਕੇ ਨਾ ਗੁਰੂ ਨਾਨਕ ਅੱਗੇ ਜਾਣ ਤੋਂ ਬਾਅਦ, ਮੇਰਾ ਵੀ ਸਿਰ ਉੱਚਾ ਲਵੇ ਫਖਰ ਨਾਲ ਕਿ ਜੋ ਤੁਸੀਂ ਕਿਹਾ ਸੀ ਉਹ ਮੈਂ ਕੀਤਾ ਹੈ, ਮੈਂ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਪੀਕਰ ਦੀ ਦੀਦੀ ਸਭ ਤੋਂ ਵੱਡੀ ਕੁਆਲਿਟੀ ਹੈ। ਜੇ ਉਹ ਕਿਸੇ ਵਿੱਚ ਇੰਟਰਸਟ ਜਗਾ ਸਕਿਆ ਨਾ ਵਾਲਾ, ਤੇ ਮੇਰੇ ਹਿਸਾਬ ਦੇ ਨਾਲ ਉਹ ਬਹੁਤ 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 ਉਸ ਬੰਦੇ ਦੀ ਕੋਈ ਫਿਰ ਉਹਦੀ ਵੈਲਿਊ ਬਹੁਤ ਅਲੱਗ ਹੈ। ਜੋ ਇੰਟਰਸਟ ਹੈ ਵਾਲਾ ਕਿਸੇ ਦੇ ਅੰਦਰ ਪਰਮਾਤਮਾ ਮਿਲਣ ਦੀ ਆਸ, ਪ੍ਰਭੂ ਮਿਲਣ ਦੀ, ਪ੍ਰਭੂ ਖੋਜਣ ਦੀ, ਗੁਰਬਾਣੀ ਨਾਲ ਰਤਨ ਦੀ, ਕੀਰਤਨ ਸਿੱਖਣ ਦੀ, ਕੀਰਤਨ ਕਰਨ ਦੀ, ਸੁਣਨ ਦੀ, ਔਰ ਦੂਸਰਿਆਂ ਨੂੰ ਸੇਵਾ ਕਰਨ ਦੀ, ਦੂਸਰਿਆਂ ਦੇ ਅੰਦਰ ਇਹ ਗੁਣ ਵਿਧਾਨ ਦੀ। ਅਗਰ ਸਪੀਕਰ ਵਿੱਚ ਬੋਲਣ ਵਾਲੇ ਵਿੱਚ ਇਹ ਆਸ ਦੂਸਰਿਆਂ 'ਚ ਅਗਰ ਪੈਦਾ ਕਰ ਸਕੇ ਤੇ ਇਹ ਸਾਰੀਆਂ ਕੁਆਲਿਟੀਜ਼ ਹੋਣ ਤੇ ਉਹਦੇ ਚਾਂਸਸ ਹਨ ਹੋਣ ਦੇ। ਦੈਟਸ ਰਾਈਟ। ਸਕਸੈਸਫੁਲ ਸਪੀਕਰ ਹੋਇਆ ਉਹੀ ਜਿਹੜਾ ਸਟੂਡੈਂਟ ਨੂੰ ਮੋਟੀਵੇਟ ਕਰ ਸਕੇ ਕੀ ਕਰਨਾ ਹੈ। ਪਰ ਦੀਦੀ ਮੋਟੀਵੇਟ ਕਰਨ ਦੇ ਲੈਟ ਮੀ ਟੇਕ ਇਟ ਵਨ ਸਟੈਪ ਫਰਦਰ ਦੋ। ਦੇਖੋ ਕਿਸੇ ਨੂੰ ਮੋਟੀਵੇਟ ਕਰਨਾ ਹੋਵੇ ਕਿ ਤੁਸੀਂ ਅੱਛਾ ਡਾਕਟਰ ਬਣੋ, ਕਿਸੇ ਨੂੰ ਮੋਟੀਵੇਟ ਕਰਨਾ ਹੋਵੇ ਤੁਸੀਂ ਅੱਛੇ ਲਾਇਰ ਬਣੋ, ਅੱਛਾ ਬਿਜ਼ਨਸਮੈਨ ਬਣੋ, ਉਹਦੇ ਤੇ ਲੋਕ $1000 ਖਰਚ ਕਰਕੇ ਜਾਂਦੇ ਨੇ। That's right. ਮੈਂ ਆਪੇ CPE ਕਲਾਸਿਸ ਅਟੈਂਡ ਕਰਦਾ ਹੁੰਦਾ, ਸਾਡਾ ਲਾਇਸੈਂਸ ਰੀਨਿਊ ਕਰਾਉਣਾ ਹੁੰਦਾ ਹਰ ਸਾਲ ਹੈ ਨਾ, ਸਟੇਟ ਆਫ ਕੈਲੀਫੋਰਨੀਆ ਦਾ। ਤੋ ਜੋ ਕਲਾਸਿਸ ਅਟੈਂਡ ਕਰਨੀਆਂ ਪੈਂਦੀਆਂ ਨੇ, $1000 ਖਰਚ ਕਰਦੇ ਆ, 2-2000 $3-3000 $4-4000 ਬੰਦਾ ਖਰਚ ਕਰਦਾ ਹੈ। 3 ਦਿਨ ਦੇ ਸੈਮੀਨਾਰ ਅਟੈਂਡ ਕਰਦਾ ਹੈ, 4 ਦਿਨ ਦੇ ਕਲਾਸਿਸ ਅਟੈਂਡ ਕਰਦਾ ਹੈ, ਤੇ ਬਾਹਰ ਆਉਂਦਾ ਕਹਿੰਦਾ ਕਿ ਦੇਖੋ ਜੀ ਮੈਨੂੰ ਇਹ ਸਿੱਖ ਕੇ ਆਇਆ ਮੈਂ ਬੜਾ ਹਾਂਜੀ। ਤੇ ਇੱਥੇ ਲੇਕਿਨ ਗੱਲ ਹੋਰ ਹੈ ਨਾ ਦੀਦੀ, ਹੁਣ
ਇੱਥੇ ਗੱਲ ਹੋਰ ਹੈ ਨਾ, ਇੱਥੇ ਹੁਣ ਜਿਹੜੀਆਂ ਕਲਾਸਾਂ ਜਿਹੜੀਆਂ ਅਟੈਂਡ ਕਰਨੀਆਂ ਉਹਦੇ ਜੀਵਨ ਮਰਨ ਕੱਟਿਆ ਜਾਣਾ ਤੁਹਾਡਾ। ਤੇ ਸਪਿਰਚੁਅਲ ਲੈਵਲ ਤੇ ਇੱਥੇ ਹੋਰ ਲੈਵਲ ਦੀ ਗੱਲ ਹੈ, ਪਰ ਇੱਥੇ ਖਰਚਣ ਨੂੰ ਤਿਆਰ ਨਹੀਂ ਹੋਏਗਾ। ਜੇ ਮੈਂ ਆਪਣੀ ਫੀਸ ਇਸ ਕਲਾਸ ਦੀ ਲਗਾ ਦੇਵਾਂ ਕਿ every time you come to the classroom you got to pay me $100 of ਮੇਰੀ ਫੀਸ $100 per hour, ਜੇ ਮੈਂ ਲਗਾ ਦਿਆਂ, ਮੈਂ ਲਗਾਣੀ ਕਿੱਥੇ ਹੈ, ਮੈਂ ਤੇ ਸ਼ੁਕਰ ਕਰਦਾ ਕਿ ਕੋਈ ਮੁਫਤ ਛੋੜਨ ਵੀ ਆ ਜਾਵੇ ਕੋਈ, ਤੇ ਜੇ ਕੋਈ ਲਗਾ ਦੇਵੇ ਫੀਸ ਤੇ ਕੋਈ ਧੇਲਾ ਨਾ ਦੇਵੇ ਕਿਸੇ ਨੂੰ, ਦੇਗਾ ਕੋਈ ਨਹੀਂ ਦੇਗਾ, ਕੌਣ ਦੇਗਾ ਕਿਸੇ ਨੂੰ ਧੇਲਾ ਕੋਈ? ਹਾਂਜੀ, ਕੀਰਤਨ ਸਿੱਖਣ ਦੀ ਗੱਲ ਮੈਂ ਗੁਰਦੁਆਰੇ ਹੱਥ ਜੋੜ ਕੇ ਲੋਕਾਂ ਦੇ ਥੱਕ ਜਾਂਦਾ ਮੈਂ, ਕੋਈ ਆ ਕੇ ਸਿੱਖ ਲਓ, ਇੱਕ ਤੁਹਾਨੂੰ ਮੁਫਤ ਹੈ ਸਾਰਾ ਕੁਝ, ਕੋਈ ਪੈਸੇ ਨਹੀਂ ਲੱਗਣਗੇ ਤੁਹਾਡੇ, ਤੁਸੀਂ ਆ ਕੇ ਸਿੱਖ ਲਵੋ, ਸਾਡੇ ਕੋਲ ਟੀਚਰਸ ਹੈ, ਅਸੀਂ ਸਿਖਾਵਾਂਗੇ ਤੁਹਾਨੂੰ। ਪਰ ਜਦ ਤੱਕ ਅੰਦਰੋਂ ਪਿਆਸ ਨਾ ਹੋਵੇ, ਜਦ ਤੱਕ ਅੰਦਰੋਂ ਸਿੱਖਣ ਦੀ ਖਮਤਾ ਨਾ ਹੋਵੇ, ਜਦ ਤੱਕ ਅੰਦਰੋਂ ਗੁਰੂ ਦਵੇ ਨਾ ਇਹ ਖਮਤਾ ਕਿਸੇ ਨੂੰ, ਉਹ ਬੜਾ ਮੁਸ਼ਕਿਲ ਹੈ ਕਰਨਾ। ਸੋ ਇਹ 14 ਕੁਆਲਿਟੀਆਂ ਜਿਹੜੀਆਂ ਹਨ ਸਪਿਰਿਚੁਅਲ ਰੀਮ ਦੇ ਥਰੂ ਲਿਖੀਆਂ ਨੇ ਉਹਨਾਂ ਨੇ। ਕਈ ਕੁਆਲਿਟੀਆਂ ਸ਼ਾਇਦ ਨਾ ਰੈਲੇਵੈਂਟ ਹੋਵਣ ਜਿਹੜੀ ਨਾਨ ਸਪਿਰਿਚੁਅਲ ਜਿਹੜੇ ਟੀਚਿੰਗ ਜਿਹੜੀ ਕਰਦੇ ਉਹਨਾਂ ਚ। That's what I want to make that sure. Sure. Thank you. Ji, thank you so much for such a wonderful explanation, and these are truly very deep things to ponder over in terms of apne utte kithe ki cheez applicable hundi hegi. And so I was just thinking ਜਿਹੜੀ last quality ਤੁਸੀਂ ਦੱਸੀ ਹੈਗੀ ਸੰਤੋਖੀ ਵਾਲੀ, ਉਹਦੇ ਵਿੱਚ I feel it seems to me it's much broader than just the compensation aspect, ਕਿਉਂਕਿ ਜਿਸ ਤਰ੍ਹਾਂ ਮੈਨੂੰ feel ਹੁੰਦਾ ਹੈਗਾ ਕਿ it may be one of the most critical qualities in terms of the person, whoever is speaking, if they are not getting the intended response, let's say the audience is disagreeing or the audience is heckling them or whatever, so the ability of the speaker to maintain a stable and santokhi state of mind in the heat of the moment, and being able to basically stay calm and stable. It's maybe this is not the right time to convey whatever I'm trying to convey. बहुत मुश्किल हैगा. In my own personal experience, I find that very, very difficult to maintain that that stability and the sense of stability inside. Yeah, you're right. Broader meaning ਵੀ ਸੰਤੋਖੀ ਦੇ ਹੋ ਸਕਦੇ ਹਨ. You're right though. ਪਰ ਜੋ ਸੂਰਯ ਪ੍ਰਕਾਸ਼ ਜਿਹੜੇ ਵਰਡ ਆਏ ਹਨ ਜਿਹੜੇ ਉਹ ਉਸ ਬਾਰੇ ਜ਼ਿਆਦਾ ਆਏ ਹਨ, ਕਿਉਂਕਿ ਉਸ ਵਾਲੇ ਜਿਹੜੇ I think this was more intended to be on those people ਜਿਨ੍ਹਾਂ ਦਾ profession ਸੀ ਬੋਲਣਾ, ਜਿਨ੍ਹਾਂ ਦਾ, ਕਿਉਂਕਿ ਉਹ ਦੋ ਸਿੱਖਾਂ ਦੇ ਨਾਂ ਉੱਤੇ ਆਏ ਹਨ। ਪਰ you are 100% correct though ਕਿ ਅਗਰ ਬੰਦਾ ਕੋਈ rude ਹੋਵੇ ਬੰਦਾ ਜਾਂ ਹੈਕਲ ਕਰੇ ਕਿਸੇ ਨੂੰ, I agree with you, ਤੇ ਉਹਦੇ ਵਿੱਚ ਤਾਂ ਹੀ ਕਾਮਨੈਸ ਜਿਹੜੀ ਹੈ ਉਹ ਧਾਰਮਿਕੋ ਵਿੱਚੋਂ ਆ ਗਈ ਹੈ ਪਹਿਲੀ ਕੁਆਲਿਟੀ ਵਿੱਚ, ਕਿਉਂਕਿ ਉਹ ਜੇ ਧਾਰਮਿਕੋ ਵਾਲੀ ਕੁਆਲਿਟੀ ਆ ਗਈ ਹੈ ਤੁਹਾਡੇ ਵਿੱਚ ਨਾ, ਜਿਹੜੀ ਕੁਆਲਿਟੀ ਨੰਬਰ 13 ਜਿਹੜੀ ਹੈ, ਤੇ ਤੁਸੀਂ ਖੁਦ ਬਖੁਦ ਕਾਮ ਹੋ ਗਏ ਉੱਥੇ। ਤੇ ਜੇ ਉਹ ਨਹੀਂ ਕਰ ਸਕੇ ਤੁਸੀਂ ਉਸ ਦੇ ਉੱਤੇ, ਤੇ ਜਦੋਂ ਫਿਰ ਉਹ ਕੁਆਲਿਟੀ ਤੁਹਾਡੇ ਚ ਨਹੀਂ ਆਈ। But Virji, what impresses me most is कि they thought about this 400 years ago, and this is as relevant 400 साल पहले in a good speaker as it is now, and it will be thousands of years from now also. It will be the same thing, be relevant. Absolutely. And with us, Virji, is just साड़ी बहुत वड्डी एक, I don't know what the right thing to say is कि साड़े कोल इतने वड्डे खजाने हैं गुरमत दे, ਸਾਡੇ ਕੋਲ ਇਤਨੇ ਵੱਡੇ ਆਪਣੇ ਖਜ਼ਾਨੇ ਹਨ ਬੋਲਣ ਦੇ, ਗੁਰਮਤ ਦੇ ਐਂਡ ਐਵਰੀਥਿੰਗ। ਅਸੀਂ ਨਾ ਆਪ ਦੂਸਰਿਆਂ ਨੂੰ ਜਾਣੂ ਨਹੀਂ ਕਰਾ ਸਕੇ ਇਸ ਬਾਰੇ, ਕਿਉਂਕਿ ਖੁਦ ਜਾਣੂ ਨਹੀਂ ਆ। ਜੇ ਖੁਦ ਜਾਣੂ ਹੋਈਏ ਤੇ ਇਹ ਗੱਲਾਂ ਗੁਰਦੁਆਰਿਆਂ 'ਚ ਡਿਸਕਸ ਹੋਵਣ, ਇਹ ਗੱਲਾਂ ਆਮ ਸਟੇਜ ਤੇ ਲੋਕ ਡਿਸਕਸ ਕਰੇ ਕਿ ਜਿਹੜੇ ਬੋਲਣ ਵਾਲੇ ਵਿੱਚ ਬਕਤੇ ਵਿੱਚ ਇਹ ਗੁਣ ਹੋਵਣ ਤੁਹਾਡੇ। ਤੁਸੀਂ ਵੀਰ ਜੀ ਹੈਰਾਨ ਰਹਿ ਜਾਓਗੇ when we talk about the listener ਦੀਆਂ ਕੁਆਲਿਟੀਜ਼ ਚੋਂ ਉਹ ਕੁਆਲਿਟੀ ਜਦੋਂ ਸੁਣੋਗੇ ਤੁਸੀਂ ਆਪ ਤੇ ਉਹ ਵੀ ਬੰਦਾ ਦੰਗ ਰਹਿ ਜਾਂਦਾ, ਯਾਰ ਇਹ how did they even think about all this stuff, how they, ਖੈਰ ਉਹਨਾਂ ਗੁਰੂ ਹਰਗੋਬਿੰਦ ਮਹਾਰਾਜ ਦੀ ਤੇ ਗੱਲ ਅਲੱਗ ਹੈ, ਉਹ ਤੇ ਆਪ ਨਿਰੰਕਾਰ ਰੂਪ ਸਨ, ਉਹਨਾਂ ਦੀ ਗੱਲ ਅਲੱਗ, ਉਹਨਾਂ ਦੀ ਗੱਲ ਅਲੱਗ ਹੈ। ਪਰ ਤਾਂ ਵੀ as a general rule, 400 years ago they noted down all this stuff, they documented all this stuff, in a poetry format, so
which to me is very, very impressive. Hanji. Anybody else want to say something though? Vijay, I think the hardest one is actually, well, maybe not, but humility. Because as a speaker, you have to know, you have to know the subject. So just by knowing the subject, you think, oh, you know it. But you have to keep in mind that there are people in the crowd that may know more, and they are going to challenge you, So absolutely, right? Absolutely, 100% agree. There are people in the crowd that might know a million times more than you do. You cannot assume when you walk in there, though. And it happened to me personally, badi vari hoya. And by the way, Vikvirji, just to let you know, I have been heckled twice. Just to let you know that in a Gurbani discussion, in a Gurdwara. I don't want to mention it where though, but I have been heckled myself. Somebody stood up in the crowd and said, "Baith jao tusi, tum kuch nahi pata." So utte fir apne aap nu composure rakhna painda utte. Yeah. So utte fir I tried to like be as calm as possible and unnu shant kara ke I continued for another half an hour, but it definitely destroyed my mental peace. I cannot say ki inhe kehne to baad I was able to speak the same way. If that had not happened though, then I would have been able to speak the same way or not. If it had not happened, I would have spoken better. So that didn't affect me, it affected me. But I was still able to continue and finish it to its logical end. And Jaspal Viji, you're absolutely right. There are questions that even now people ask in the Zoom or in the regular classroom. ਜਿਹੜਾ ਮੈਂ ਕਦੀ ਸੋਚਿਆ ਵੀ ਨਹੀਂ ਹੁੰਦਾ ਕਦੀ ਸਵਾਲ ਬੰਦਿਆਂ ਦਾ ਦਿਮਾਗ ਉਹਨਾਂ ਦਾ ਆਪਣਾ ਸੋਚਣ ਦਾ ਤਰੀਕਾ ਹੈ ਜਿਹੜਾ ਮੈਨੂੰ ਨਹੀਂ ਪਤਾ ਹੁੰਦਾ ਉਹਦੇ ਆਨਸਰ and sometimes a lot of times I say I don't know the answer to that question. I will get back. I'll read it up. Yeah, I don't know myself what the answer is though. So nobody has all the answers, Hanji. Yeah, but when you go to speak, you have to think I'm not saying you know everything, but you have to know enough to be able to speak. So the